ਕੱਲ੍ਹ ਇੱਕ ਪੱਤਰਕਾਰ ਨੇ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਹੋਰਾਂ ਨੂੰ ਸਵਾਲ ਪੁੱਛਿਆ ਸੀ ਕਿ ਯੂਐਸ ਦੇ ਵਿੱਚ ਜੋ ਕੁਝ ਹੋ ਰਿਹਾ ਤੁਸੀਂ ਉਹਦੇ ਲਈ ਬਹੁਤ ਸਾਇਲੈਂਟ ਹੁੰਦੇ ਹੋ, ਉਹਦੇ 'ਤੇ ਕਮੈਂਟ ਨਹੀਂ ਕਰਦੇ। ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਉਹ 20-21 ਸੈਕਿੰਡ ਦੇ ਲਈ ਚੁੱਪ ਹੋ ਗਏ। ਉਹਨਾਂ ਨੂੰ ਕੋਈ ਗੱਲ ਨਹੀਂ ਆਈ, ਗੱਲ ਕਰਨਾ ਚਾਹੁੰਦੇ ਸੀ, ਸ਼ਬਦ ਉਹਨਾਂ ਦਾ ਸਾਥ ਨਹੀਂ ਸੀ ਦੇ ਰਿਹਾ, ਕੀ ਕਹਿਣਾ ਚਾਹੁੰਦੇ ਸੀ। ਇਸ ਗੱਲ ਦਾ ਉਹਨਾਂ ਦੇ ਉਹ ਜਿਹੜੇ 20-21 ਸੈਕਿੰਡ ਚੁੱਪ ਰਹੇ ਆ, ਇਸ ਗੱਲ ਦਾ ਅੱਜ ਬਹੁਤ ਵੱਡਾ ਕ੍ਰਿਟਿਸਿਜ਼ਮ ਹੋ ਰਿਹਾ, ਆਲੋਚਨਾ ਹੋ ਰਹੀ ਆ। ਖਾਸ ਕਰਕੇ NDP ਦੇ ਲੀਡਰ ਸਰਦਾਰ ਜਗਮੀਤ ਸਿੰਘ ਹੋਣੀ ਇਸ ਗੱਲ ਨੂੰ ਬਹੁਤ ਸਖਤੀ ਦੇ ਨਾਲ ਲਿਆ ਕਿ ਕੈਨੇਡਾ ਨੂੰ ਕਿਸੇ ਵੀ ਤਰ੍ਹਾਂ ਦੇ ਗਲਤ ਵਤੀਰੇ ਦੇ ਖਿਲਾਫ ਖੜਨਾ ਚਾਹੀਦਾ, ਬੋਲਣਾ ਚਾਹੀਦਾ। ਤੇ ਕੱਲ੍ਹ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਸੀ, ਸਪਸ਼ਟ ਤੌਰ ਦੇ ਉੱਤੇ ਨਾਂ ਲੈ ਕੇ ਬੋਲਣਾ ਚਾਹੀਦਾ ਸੀ। ਕੁਛ ਉਹਨਾਂ ਨੇ ਗੋਲਮੋਲ ਜੀ ਗੱਲਬਾਤ ਕੀਤੀ, ਕੁਝ ਸਟੇਟਮੈਂਟ ਦਿੱਤੀਆਂ ਇੱਦਾਂ ਦੀਆਂ ਕਿ ਅਸੀਂ ਦੇਖ ਰਹੇ ਹਾਂ ਉੱਥੇ ਸਾਰੇ ਕੁਛ ਨੂੰ, ਪਰ ਸਪਸ਼ਟ ਤੌਰ ਦੇ ਉੱਤੇ ਉਹਨੂੰ ਨਿੰਦਿਆ ਨਹੀਂ। ਤਾਂ ਜਗਮੀਤ ਸਿੰਘ ਹੁਣਾਂ ਦਾ ਅੱਜ ਪ੍ਰਧਾਨ ਮੰਤਰੀ ਟਰੂਡੋ ਦੇ ਉੱਤੇ ਇਹ ਕਹਿਣ ਦੇ ਨਾਲ ਬਹੁਤ ਸਾਰੀ ਇੱਕ ਚਰਚਾ ਛਿੜ ਗਈ ਆ। ਕਹਿਣਾ ਵੀ ਨਹੀਂ ਚਾਹੁੰਦੇ, ਕੁਛ ਰੱਖਣਾ ਵੀ ਚਾਹੁੰਦੇ ਆ। ਬਿਨਾਂ ਸ਼ੱਕ ਕੈਨੇਡਾ ਦਾ ਬਹੁਤ ਵੱਡਾ ਟ੍ਰੇਡ ਆ ਯੂਐਸ ਦੇ ਨਾਲ, ਯੂਐਸ ਤੋਂ ਬਿਨਾਂ ਕੈਨੇਡਾ ਦਾ ਗੁਜ਼ਾਰਾ ਸ਼ਾਇਦ ਨਾ ਹੋਵੇ। ਪਰ ਬਹੁਤ ਸਾਰੇ ਲੀਡਰ ਨੇ, ਇਕੱਲੇ ਜਗਮੀਤ ਸਿੰਘ ਹੀ ਨਹੀਂ, ਬਹੁਤ ਸਾਰੇ ਜਿਹੜੇ ਨਾਰਦਰਨ ਮੈਨੀਟੋਬਾ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨੇ ਵੀ ਇਸ ਗੱਲ ਨੂੰ ਬਹੁਤ ਸਖਤੀ ਦੇ ਨਾਲ ਕਿਹਾ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਕੁਝ ਖਬਰਾਂ ਲੈ ਕੇ, ਔਰ ਉਹਨਾਂ ਖਬਰਾਂ ਤੋਂ ਬਾਅਦ ਅਸੀਂ ਖਾਸ ਤੌਰ 'ਤੇ ਅੱਜ ਗੱਲਬਾਤ ਕਰਨੀ ਆ ਇਸ ਕੋਵਿਡ-19 ਦੇ ਦੌਰਾਨ ਇੱਕ ਸ਼ਬਦ ਬਹੁਤ ਵਾਰ-ਵਾਰ ਸਾਹਮਣੇ ਆਇਆ, ਇਮਿਊਨਿਟੀ। ਕਿ ਜਿਹਦੀ ਇਮਿਊਨਿਟੀ ਸਟਰੋਂਗ ਆ ਉਹ ਠੀਕ ਠਾਕ ਰਹਿ ਜਾਊਗਾ, ਉਹ ਬਚ ਜਾਊਗਾ, ਬਾਕੀ ਖਤਰੇ ਵਿੱਚ ਹੋਣਗੇ। ਇਮਿਊਨਿਟੀ ਦੇ ਉੱਤੇ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਅਸੀਂ ਗੱਲਬਾਤ ਕਰਨੀ ਹੈ, ਔਰ ਦੋ ਬੜੇ ਮਹੱਤਵਪੂਰਨ ਮੁੱਦੇ। ਇੱਕ ਇਸ ਕੋਵਿਡ-19 ਦੇ ਨਾਲ ਸਟਰੈਸ ਜਿਹੜੀ ਉਪਜੀ ਆ, ਲੋਕਾਂ ਨੂੰ ਚਿੰਤਾ ਹੋਈ ਆ। ਇਹ ਚਿੰਤਾ ਦੇ ਵਿੱਚ ਸ਼ਰਾਬ ਦਾ ਕਿੰਨਾ ਕੁ ਯੋਗਦਾਨ ਆ, ਜੇ 2 ਪੈਗ ਲਾ ਲਏ ਜਾਣ ਉਹਦੇ ਨਾਲ ਕੀ ਸੱਚਮੁੱਚ ਮਾਨਸਿਕ ਸਕੂਨ ਮਿਲਦਾ, ਬੰਦੇ ਨੂੰ ਨੀਂਦ ਆ ਜਾਂਦੀ ਹੈ, ਜਾਂ ਇਹਦਾ ਕੋਈ ਨੁਕਸਾਨ ਆ। ਅਤੇ ਆਖਰੀ ਗੱਲ ਜਿਹੜੀ ਉਹ ਨੀਂਦ ਦਾ ਇਮਿਊਨਿਟੀ ਦੇ ਨਾਲ ਕੀ ਸੰਬੰਧ ਆ, ਕਿੰਨਾ ਚਿਰ ਸੌਣਾ ਚਾਹੀਦਾ। ਜੇ ਨਾ, ਕੁਛ ਲੋਕ ਕਹਿੰਦੇ, ਵੱਡੇ ਵੱਡੇ ਵਿਦਵਾਨ ਅਸੀਂ ਸੁਣਦੇ ਹਾਂ ਵੀ ਉਹ 4 ਘੰਟੇ ਤੋਂ ਵੱਧ ਸੁੱਤੇ ਹੀ ਨਹੀਂ ਸਾਰੀ ਉਮਰ, ਉਹ ਕੀ ਰਿਹਾ। ਕੁਛ ਕਹਿੰਦੇ ਆ 7-8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਇਹਦੇ ਪਿੱਛੇ ਦਾ ਵਿਗਿਆਨਕ ਆਧਾਰ ਕੀ ਆ, ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਇਹਦੇ ਬਾਰੇ ਆਪਾਂ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਗੱਲਬਾਤ ਕਰਾਂਗੇ। ਅੱਜ ਦੋਸਤੋ, ਜਿਹੜੀ ਪ੍ਰਮੁੱਖ ਖਬਰ ਕੱਲ੍ਹ ਅਸੀਂ ਸਾਂਝੀ ਕੀਤੀ ਸੀ, ਉਹਦਾ ਅਸਰ ਜਿਹੜਾ ਅੱਜ ਕਾਫੀ ਦੇਖਣ ਨੂੰ ਮਿਲ ਰਿਹਾ। ਕੱਲ੍ਹ ਇੱਕ ਪੱਤਰਕਾਰ ਨੇ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਹੋਰਾਂ ਨੂੰ ਸਵਾਲ ਪੁੱਛਿਆ ਸੀ ਕਿ ਯੂਐਸ ਦੇ ਵਿੱਚ ਜੋ ਕੁਛ ਹੋ ਰਿਹਾ ਤੁਸੀਂ ਉਹਦੇ ਲਈ ਬਹੁਤ ਸਾਇਲੈਂਟ ਹੁੰਦੇ ਹੋ, ਉਹਦੇ 'ਤੇ ਕਮੈਂਟ ਨਹੀਂ ਕਰਦੇ। ਤੁਸੀਂ ਕੀ ਕਹਿੰਦੇ ਹੋ ਕਿ ਜੋ ਉੱਥੇ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਮਿਲਟਰੀ ਯੂਜ਼ ਕਰ ਲਾਂਗੇ ਲੋਕਾਂ ਦੇ ਖਿਲਾਫ, ਉੱਥੇ ਅਥਰੂ ਗੈਸ ਛੱਡੀ ਜਾ ਰਹੀ ਆ। ਕੱਲ੍ਹ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਉਹ 20-21 ਸੈਕਿੰਡ ਦੇ ਲਈ ਚੁੱਪ ਹੋ ਗਏ। ਉਹਨਾਂ ਨੂੰ ਕੋਈ ਗੱਲ ਨਹੀਂ ਆਈ, ਗੱਲ ਕਰਨਾ ਚਾਹੁੰਦੇ ਸੀ, ਸ਼ਬਦ ਉਹਨਾਂ ਦਾ ਸਾਥ ਨਹੀਂ ਸੀ ਦੇ ਰਿਹਾ, ਕੀ ਕਹਿਣਾ ਚਾਹੁੰਦੇ ਸੀ। ਇਸ ਗੱਲ ਦਾ ਉਹਨਾਂ ਦੇ ਉਹ ਜਿਹੜੇ 20-21 ਸੈਕਿੰਡ ਚੁੱਪ ਰਹੇ ਆ, ਇਸ ਗੱਲ ਦਾ ਅੱਜ ਬਹੁਤ ਵੱਡਾ ਕ੍ਰਿਟਿਸਿਜ਼ਮ ਹੋ ਰਿਹਾ, ਆਲੋਚਨਾ ਹੋ ਰਹੀ ਆ। ਖਾਸ ਕਰਕੇ NDP ਦੇ ਲੀਡਰ ਸਰਦਾਰ ਜਗਮੀਤ ਸਿੰਘ ਹੋਣੀ ਇਸ ਗੱਲ ਨੂੰ ਬਹੁਤ ਸਖਤੀ ਦੇ ਨਾਲ ਲਿਆ ਕਿ ਕੈਨੇਡਾ ਨੂੰ ਕਿਸੇ ਵੀ ਤਰ੍ਹਾਂ ਦੇ ਗਲਤ ਵਤੀਰੇ ਦੇ ਖਿਲਾਫ ਖੜਨਾ ਚਾਹੀਦਾ, ਬੋਲਣਾ ਚਾਹੀਦਾ। ਤੇ ਕੱਲ੍ਹ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਸੀ, ਸਪਸ਼ਟ ਤੌਰ ਦੇ ਉੱਤੇ ਨਾਂ ਲੈ ਕੇ ਬੋਲਣਾ ਚਾਹੀਦਾ ਸੀ। ਉਹਨਾਂ ਨੇ ਰਾਸ਼ਟਰਪਤੀ ਟਰੰਪ ਦਾ ਨਾਂ ਨਹੀਂ ਲਿਆ। ਕੁਛ ਕੁ ਉਹਨਾਂ ਨੇ ਗੋਲਮੋਲ ਜੀ ਗੱਲਬਾਤ ਕੀਤੀ, ਕੁਝ ਸਟੇਟਮੈਂਟ ਦਿੱਤੀਆਂ ਇੱਦਾਂ ਦੀਆਂ ਕਿ ਅਸੀਂ ਦੇਖ ਰਹੇ ਹਾਂ ਉੱਥੇ ਸਾਰੇ ਕੁਛ ਨੂੰ, ਪਰ ਸਪਸ਼ਟ ਤੌਰ ਦੇ ਉੱਤੇ ਉਹਨੂੰ ਨਿੰਦਿਆ ਨਹੀਂ। ਕਿਹਾ ਨਹੀਂ ਵੀ ਜਿਹੜਾ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਕਰ ਰਹੇ ਉਹ ਗਲਤ ਆ, ਇੱਦਾਂ ਨਹੀਂ ਕਿਹਾ ਉਹਨਾਂ ਨੇ। ਸੋ ਸਰਦਾਰ ਜਗਮੀਤ ਸਿੰਘ ਹੁਣਾਂ ਦਾ ਅੱਜ ਪ੍ਰਧਾਨ ਮੰਤਰੀ ਟਰੂਡੋ ਦੇ ਉੱਤੇ ਇਹ ਕਹਿਣ ਦੇ ਨਾਲ ਬਹੁਤ ਸਾਰੀ ਇੱਕ ਚਰਚਾ ਛਿੜ ਗਈ ਆ ਕਿ ਕੀ ਸੱਚਮੁੱਚ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆ ਉਹ ਇਸ ਗੱਲ ਦੇ ਉੱਤੇ ਨਹੀਂ ਬੋਲਣਾ ਚਾਹੁੰਦੇ, ਜਾਂ ਉਹ ਕਿਤੇ ਨਾ ਕਿਤੇ ਜਿਹੜੇ ਦੋਗਲੇ ਨੇ, ਦੋ ਪਾਸੇ ਦੀ ਗੱਲ ਕਰ ਰਹੇ ਨੇ। ਕਹਿਣਾ ਵੀ ਨਹੀਂ ਚਾਹੁੰਦੇ, ਕੁਛ ਰੱਖਣਾ ਵੀ ਚਾਹੁੰਦੇ ਆ। ਬਿਨਾਂ ਸ਼ੱਕ ਕੈਨੇਡਾ ਦਾ ਬਹੁਤ ਵੱਡਾ ਟ੍ਰੇਡ ਆ ਯੂਐਸ ਦੇ ਨਾਲ, ਯੂਐਸ ਤੋਂ ਬਿਨਾਂ ਕੈਨੇਡਾ ਦਾ ਗੁਜ਼ਾਰਾ ਸ਼ਾਇਦ ਨਾ ਹੋਵੇ। ਪਰ ਬਹੁਤ ਸਾਰੇ ਲੀਡਰ ਨੇ, ਇਕੱਲੇ ਜਗਮੀਤ ਸਿੰਘ ਹੀ ਨਹੀਂ, ਬਹੁਤ ਸਾਰੇ ਜਿਹੜੇ ਨਾਰਦਰਨ ਮੈਨੀਟੋਬਾ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨੇ ਵੀ ਇਸ ਗੱਲ ਨੂੰ ਬਹੁਤ ਸਖਤੀ ਦੇ ਨਾਲ ਕਿਹਾ ਕਿ ਇਹਨਾਂ ਨੂੰ ਬੋਲਣਾ ਚਾਹੀਦਾ ਸੀ। ਔਰ ਦੂਜੇ ਪਾਸੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਆ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਟਰੂਡੋ ਦਾ ਸਮਰਥਨ ਕੀਤਾ ਕਿ ਜਿਹੜਾ ਵੀ ਇਹਨਾਂ ਦਾ ਜਵਾਬ ਸੀਗਾ ਉਸ ਵੇਲੇ ਉਹ ਐਕਸੀਲੈਂਟ ਸੀ, ਬਹੁਤ ਵਧੀਆ ਸੀ, ਇਹੀ ਜਵਾਬ ਸਭ ਤੋਂ ਵਧੀਆ ਜਵਾਬ ਹੋ ਸਕਦਾ ਸੀ।
ਕਈ ਹੋਰ ਲੀਡਰ ਨੇ, ਉਹਨਾਂ ਨੇ ਕੱਲ ਪ੍ਰਧਾਨ ਮੰਤਰੀ ਦੇ 21 ਸੈਕਿੰਡ ਚੁੱਪ ਰਹਿਣ ਦਾ ਸਖਤ ਨੋਟਿਸ ਲੈਂਦਿਆਂ ਇਸ ਗੱਲ ਨੂੰ ਕਿਹਾ ਕਿ ਜੇ ਤੁਸੀਂ ਇਸ ਗੱਲ ਦੇ ਖਿਲਾਫ, ਇਹ ਵੀ ਅੱਜ ਗੱਲ ਚੱਲੀ ਆ ਕਿ ਜੋ ਕੁਛ ਇੱਕ ਖਾਸ ਰੰਗ ਦੀ ਕਮਿਊਨਿਟੀ ਦੇ ਨਾਲ ਉੱਥੇ ਹੋ ਰਿਹਾ, ਕੈਨੇਡਾ ਦੇ ਵਿੱਚ ਵੀ ਉੱਦਾਂ ਹੀ ਹੋ ਰਿਹਾ, ਇੱਥੇ ਵੀ ਇੱਦਾਂ ਹੀ ਹੋ ਰਿਹਾ। ਤੁਹਾਨੂੰ ਪਤਾ ਮੁਜ਼ਾਹਰੇ ਵੀ ਕਿੱਥੇ ਤੱਕ ਹੋਇਆ ਪੂਰੇ ਕੈਨੇਡਾ ਦੇ ਵਿੱਚ, ਔਰ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੂੰ ਇਹਦੇ ਖਿਲਾਫ ਖੁੱਲ੍ਹ ਕੇ ਬੋਲਣਾ ਚਾਹੀਦਾ। ਉਸ ਵੇਲੇ ਕੈਨੇਡਾ ਨੂੰ ਜਿਹੜਾ ਜਦੋਂ ਉੱਥੇ ਮਿਲਟਰੀ ਸੱਦੀ ਜਾ ਰਹੀ ਹੈ ਉਹਨਾਂ ਦੇ ਆਪਣੇ ਸਿਟੀਜ਼ਨਸ ਦੇ ਖਿਲਾਫ, ਸਿਰਫ ਇਸ ਗੱਲ ਕਰਕੇ ਕੋਈ ਡੈਮੋਸਟ੍ਰੇਟ ਕਰ ਰਿਹਾ, ਸਿਰਫ ਇਸ ਗੱਲ ਕਰਕੇ ਕਿ ਉਹਨਾਂ ਦਾ ਗੁੱਸਾ ਬਾਹਰ ਆ ਰਿਹਾ। ਇੱਕ 20 ਸੈਕਿੰਡ ਦਾ ਚੁੱਪ ਰਹਿਣਾ ਪ੍ਰਧਾਨ ਮੰਤਰੀ ਨੂੰ ਥੋੜ੍ਹਾ ਜਿਹਾ ਮਹਿੰਗਾ ਪਿਆ, ਔਰ ਇੱਕ ਬਹੁਤ ਵੱਡਾ ਕ੍ਰਿਟਿਸਿਜ਼ਮ ਉਹਨਾਂ ਨੇ ਇਸ ਗੱਲ ਦੇ ਉੱਤੇ ਸਹੇੜ ਲਿਆ ਚਾਰੇ ਪਾਸਿਓਂ, ਇਸ ਗੱਲ ਦੇ ਉੱਤੇ ਕਿ ਉਹਨਾਂ ਨੇ ਇਹ ਕੀਤਾ ਕੀ ਹੈ, ਇਹਦੇ ਉੱਤੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ। ਕੋਵਿਡ-19 ਦੋਸਤੋ 22 ਨਵੇਂ ਕੇਸਿਸ ਅੱਜ BC ਦੇ ਵਿੱਚ ਆਏ ਆ, ਇੱਕ ਮੌਤ ਵੀ ਹੋਈ ਆ, ਔਰ ਬਹੁਤ ਸਾਰੀ ਗੱਲਾਂ ਬਾਤਾਂ ਇਹ ਕੀਤੀਆਂ ਜਾ ਰਹੀਆਂ ਕਿ ਜਿਹੜੇ ਵੱਡੇ ਪ੍ਰੋਟੈਸਟ ਆ, ਤੁਹਾਨੂੰ ਪਤਾ ਵੈਨਕੂਵਰ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ US ਵਾਲੇ ਮਸਲੇ ਨੂੰ ਲੈ ਕੇ, ਸਲਾਹ ਦਿੱਤੀ ਗਈ ਹੈ ਕਿ ਨਾ ਕੀਤੇ ਜਾਣ, ਵੱਡੀ ਭੀੜ ਇਕੱਠੀ ਨਾ ਹੋਵੇ। ਵੱਡੀ ਗਿਣਤੀ ਦੇ ਵਿੱਚ ਦੁਨੀਆ ਦੇ ਵਿੱਚ ਇਸ ਵੇਲੇ ਇਹ ਸਾਰਾ ਕੁਝ ਫੈਲ ਚੁੱਕਿਆ ਆ, ਔਰ ਬਹੁਤ ਵੱਡਾ ਅਸਰ ਪੈ ਰਿਹਾ। ਇੱਕ ਗੱਲ ਸਾਰੀ ਦੁਨੀਆ ਦੇ ਵਿੱਚ ਸਾਂਝੀ ਆ ਰਹੀ ਆ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਕੇਸਿਸ ਦੁਬਾਰਾ ਵੱਧ ਰਹੇ ਨੇ, ਪਰ ਉਹ ਕੇਸਿਸ ਦੇ ਵਧਣ ਦੇ ਨਾਲ ਨਾਲ ਓਪਨਿੰਗ ਜਾਰੀ ਆ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਖੁੱਲ੍ਹਣਾ, ਉਹਨਾਂ ਦਾ ਅਗਲੇ ਫੇਜ਼ਸ ਦੇ ਵਿੱਚ ਜਾਣਾ, ਉਹ ਸਾਰਾ ਕੁਝ ਉਸੇ ਤਰ੍ਹਾਂ ਜਾਰੀ ਆ। ਔਰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਹੈਲਥ ਕੇਅਰ ਵਰਕਰ ਨੇ, ਇੱਥੋਂ ਜਿਹੜੀਆਂ ਸਟੱਡੀਜ਼ ਹੁਣ ਆ ਰਹੀਆਂ, ਉਹਦੇ ਤੋਂ ਬਾਅਦ ਪਤਾ ਲੱਗਿਆ ਕਿ ਉਹ ਇਸ ਗੱਲ ਦੇ ਨਾਲ, ਉਹਨਾਂ ਦੀ ਕਰੋਨਾ ਵਾਇਰਸ ਦੇ ਨਾਲ ਇਨਫੈਕਸ਼ਨ ਹੋਈ ਆ। ਜਿਹੜਾ ਇੱਕ ਵੱਡੀ ਗਿਣਤੀ 4.5 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਜਿਹੜੀ ਹੈਲਥ ਕੇਅਰ ਵਰਕਰ ਆ, ਇਹਨਾਂ ਦੀ ਇਹਦੇ ਨਾਲ ਇਹਦੇ ਨਾਲ ਉਹ ਵਰਲਡ ਵਾਈਡ ਇਹਨਾਂ ਦੇ ਉੱਤੇ ਅਸਰ ਹੋਇਆ। ਔਰ ਜਿਹੜੀਆਂ 600 ਦੇ ਕਰੀਬ ਨਰਸਿਸ ਆ, ਉਹਨਾਂ ਦੀ ਮੌਤ ਹੋ ਗਈ ਆ ਕੋਵਿਡ-19 ਕਰਕੇ, ਔਰ ਅੱਧੀਆਂ ਪਿਛਲੇ ਮਹੀਨੇ ਦੇ ਵਿੱਚ ਉਹਨਾਂ ਦੇ ਵਿੱਚੋਂ ਗੁਜ਼ਰ ਗਈਆਂ। ਇੱਕ ਵੱਡਾ ਜਿਹੜਾ ਸਾਨੂੰ ਬਚਾਉਣ ਵਾਲੇ ਲੋਕ ਸੀ, ਉਹ ਆਪਣੀ ਕੁਰਬਾਨੀ ਕਰਕੇ ਗਏ ਨੇ। ਹੈਲਥ ਕੇਅਰ ਵਰਕਰਸ ਨੰਬਰ ਜਿੰਨਾ ਸੋਚਿਆ ਜਾ ਰਿਹਾ ਸੀ ਉਹਦੇ ਤੋਂ ਕਿਤੇ ਜ਼ਿਆਦਾ ਸਾਹਮਣੇ ਆ ਰਿਹਾ। ਉਹਦੇ ਨਾਲ ਨਾਲ ਜਿਹੜੀ ਅਸੀਂ ਦੂਜੀ ਗੱਲ ਕਰ ਰਹੇ ਹਾਂ ਕਿ ਦੁਬਾਰਾ ਕੇਸਿਸ ਵੀ ਆ ਰਹੇ ਆ, ਪਰ ਓਪਨਿੰਗ ਬਾਦਸਤੂਰ ਉਸੇ ਤਰ੍ਹਾਂ ਜਾਰੀ ਆ। ਟੈਕਸਸ ਜਿਹੜਾ ਆ ਉਹ ਅਮਰੀਕਾ ਦੇ ਵਿੱਚ 3rd ਫੇਜ਼ ਦੇ ਵਿੱਚ ਰੀਓਪਨਿੰਗ ਵਿੱਚ ਜਾਣ ਲੱਗਿਆ, ਇਸ ਗੱਲ ਦੇ ਬਾਵਜੂਦ ਕਿ ਉੱਥੇ ਨੰਬਰ ਆਫ ਕੇਸਿਸ ਜਿਹੜੇ ਆ ਉਹ ਵੱਧ ਰਹੇ ਆ। ਫਲੋਰੀਡਾ ਦੇ ਵਿੱਚ ਉਹ ਅਗਲੇ ਫੇਜ਼ ਦੇ ਵਿੱਚ ਫੇਜ਼ 2 ਦੇ ਵਿੱਚ ਜਾਣ ਲੱਗਿਆ, ਪਰ ਨੰਬਰ ਆਫ ਕੇਸਿਸ ਉੱਥੇ ਵੀ ਵੱਧ ਰਹੇ ਆ। ਸੋ ਜਿਹੜਾ ਸਾਰਾ ਕੁਛ ਆ, ਇਹਦੀ ਇਹ ਕਿਤੇ ਨਾ ਕਿਤੇ ਦੋਵੇਂ ਚੀਜ਼ਾਂ ਹੁਣ ਨਾਲ ਚੱਲਣ ਲੱਗ ਪਈਆਂ ਕਿ ਇਹ ਮੌਤਾਂ ਇੱਦਾਂ ਹੀ ਹੋਈ ਜਾਣੀਆਂ, ਇਹਦੇ ਨਾਲ ਨਾਲ ਤੁਹਾਨੂੰ ਚੱਲਣਾ ਪਊਗਾ, ਸੋਸ਼ਲ ਡਿਸਟੈਂਸ ਰੱਖਣਾ ਪਊਗਾ, ਕੇਸਿਸ ਵੱਧ ਵੀ ਸਕਦੇ ਆ, ਪਰ ਇਸ ਗੱਲ ਲਈ ਲੋਕ ਤਿਆਰ ਨਹੀਂ ਆ ਕਿ ਦੁਬਾਰਾ ਬੰਦ ਕੀਤਾ ਜਾਵੇ। ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਦੁਬਾਰਾ ਲਾਈਆਂ ਜਾਣ। ਹਾਲਾਂਕਿ ਵੱਡੇ ਜਿਹੜੇ ਦੂਜੇ ਦੇਸ਼ ਆ, ਸਪੇਨ ਆ, ਇਟਲੀ ਆ, ਉੱਥੇ ਕੇਸਿਸ ਦੁਬਾਰਾ ਨਹੀਂ ਸਾਹਮਣੇ ਉਨੀ ਗਿਣਤੀ ਦੇ ਵਿੱਚ ਆਏ। ਚਾਈਨਾ ਦੇ ਵਿੱਚ ਵੀ ਪਹਿਲਾਂ ਡਰ ਸੀਗਾ ਵੀ ਇਹ ਕੇਸਿਸ ਆ ਸਕਦੇ ਆ, ਓਡੀ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਨਹੀਂ ਆਏ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਡਰ ਲੋਕਾਂ ਦੇ ਮਨ ਦੇ ਵਿੱਚ ਹੈਗਾ, ਔਰ ਲੋਕ ਇਸ ਗੱਲ ਲਈ ਤਿਆਰ ਨਹੀਂ ਆ ਕਿ ਸਾਨੂੰ ਦੁਬਾਰਾ ਜਿਹੜਾ ਉਹਨਾਂ ਰਿਸਟ੍ਰਿਕਸ਼ਨਸ ਦੇ ਵਿੱਚ ਜਾਣਾ ਪਵੇ। ਕੁਝ ਸਟੱਡੀਜ਼ ਪਹਿਲਾਂ ਆਈਆਂ ਸੀ ਜਿਹੜੀਆਂ ਇਹ ਦੱਸੀਆਂ ਸੀ ਕੋਵਿਡ-19 ਤੋਂ ਪਹਿਲਾਂ ਕਿ ਬਹੁਤ ਸਾਰੇ ਲੋਕਾਂ ਦੀ ਮੌਤ ਤਾਂ ਵੈਸੇ ਹੀ ਹੋ ਰਹੀ ਆ, ਵੀ ਇਹ ਕੀ ਨਵਾਂ ਕੰਮ ਹੋਣ ਲੱਗਾ ਕੋਵਿਡ-19 ਦੇ ਨਾਲ, ਕਿ ਜਿੱਦਾਂ ਫਲੂ ਦੇ ਨਾਲ ਆਪਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਸਾਨੂੰ ਕੈਨੇਡਾ ਦਾ ਅੰਕੜਾ ਦੱਸਦੇ ਹੁੰਦੇ ਆ ਕਿ ਇੰਨੀਆਂ ਮੌਤਾਂ ਹੋ ਜਾਂਦੀਆਂ। ਪਿੱਛੇ ਜੇ ਅਮਰੀਕਾ ਦੀ ਗੱਲਬਾਤ ਹੋਈ ਸੀ ਕਿ 3-4 ਮਹੀਨੇ ਦੇ ਵਿੱਚ ਕਿ 25-30 ਹਜ਼ਾਰ ਲੋਕ ਤਾਂ ਜਿਹੜਾ ਸੀਜ਼ਨਲ ਫਲੂ ਆ ਉਹਦੇ ਨਾਲ ਹੀ ਮਰ ਜਾਂਦੇ, ਜਿਹਦੀ ਰਿਪੋਰਟਿੰਗ ਵੀ ਨਹੀਂ ਹੁੰਦੀ, ਔਰ ਉਸ ਗੱਲ ਨੂੰ ਇੰਨਾ ਹਾਈਲਾਈਟ ਨਹੀਂ ਕੀਤਾ ਜਾਂਦਾ। ਜਿਹੜੀ ਕੋਵਿਡ-19 ਦੇ ਕਰਕੇ ਮੌਤਾਂ ਹੋ ਰਹੀਆਂ, ਇਸ ਕਰਕੇ ਇਸ ਗੱਲ ਨੂੰ ਬਹੁਤ ਜਿਹੜਾ ਆ ਹਾਈਲਾਈਟ ਕੀਤਾ ਜਾਂਦਾ। ਪਰ ਦੂਜੇ ਪਾਸੇ ਕੁਝ ਥਾਵਾਂ ਦੇ ਉੱਤੇ ਇਹ ਸਟੱਡੀਜ਼ ਆਉਣ ਲੱਗ ਪਈਆਂ ਵੀ ਜੇ ਇਸ ਸਮੇਂ ਦੇ ਵਿੱਚ ਕੋਵਿਡ-19 ਨਾ ਹੁੰਦਾ ਤਾਂ ਕਿੰਨੀਆਂ ਮੌਤਾਂ ਹੋਣੀਆਂ ਸੀ। ਕੁਝ ਥਾਵਾਂ ਦੇ ਉੱਤੇ ਇਹ ਸਟੱਡੀ ਆਈ ਆ ਜਿਹਦੇ ਵਿੱਚੋਂ ਇਹ ਪਤਾ ਲੱਗਿਆ ਕਿ ਇਹ ਮੌਤਾਂ ਬਹੁਤ ਜ਼ਿਆਦਾ ਨੇ। ਸਪੇਨ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਦੇਖਿਆ ਕਿ ਜਿੰਨੇ ਸਮੇਂ ਦੇ ਵਿੱਚ ਹੁਣ ਤੇ ਇੰਨਾ ਸਮਾਂ ਜਿਹੜਾ ਸਾਲ ਦਾ ਸ਼ੁਰੂਆਤ ਹੁਣ ਮਈ ਤੱਕ ਜੇਕਰ ਉਹਨਾਂ ਨੇ ਲੈ ਲਿਆ 2019 ਦਾ, ਉਹ ਕਹਿੰਦੇ 44,000 ਬੰਦਾ ਜ਼ਿਆਦਾ ਮਰ ਗਿਆ, ਜਿਹੜਾ ਕਿ ਬਿਲਕੁਲ ਇਸ ਸਾਲ ਦੇ ਸ਼ੁਰੂ ਦੇ ਵਿੱਚ ਜੇ ਕੋਵਿਡ-19 ਨਾ ਆਉਂਦਾ ਤਾਂ ਇੰਨੀਆਂ ਮੌਤਾਂ ਨਹੀਂ ਹੋਣੀਆਂ ਸੀ। 24% ਇਹ ਬਣਦਾ ਹੈ ਡਾਟਾ ਕਿ 24% ਲੋਕਾਂ ਦੀ ਮੌਤ
ਜ਼ਿਆਦਾ ਹੋਈ ਆ। ਉਹਨਾਂ ਦੀ ਜਿਹੜੀ ਨੈਸ਼ਨਲ ਸਟੈਟਿਸਟਿਕਸ ਇੰਸਟੀਚਿਊਟ ਆ ਉਸ ਸੰਸਥਾ ਨੇ ਇਹ ਅੱਜ ਰਿਪੋਰਟ ਦਿੱਤੀ ਆ। ਸਪੇਨ ਦੇ ਵਿੱਚ 24% ਮੌਤਾਂ ਜ਼ਿਆਦਾ ਹੋਈਆਂ। ਸੋ ਇੱਕ ਇਸ ਗੱਲ ਨੂੰ ਵੀ ਜਿਹੜਾ ਰਿਜੈਕਟ ਹੋ ਜਾਂਦੀ ਹੈ। ਇਹਦੇ ਨਾਲ ਹੀ ਜਿਹੜੇ ਲੋਕ ਕਹਿੰਦੇ ਸੀ ਕਿ ਮੌਤਾਂ ਤਾਂ ਦੁਨੀਆ ਦੇ ਵਿੱਚ ਹੁੰਦੀਆਂ ਹੀ ਰਹਿੰਦੀਆਂ ਜੀ, ਭੁੱਖ ਨਾਲ ਮਰੀ ਜਾਂਦੇ ਆ ਲੋਕ, ਫਲੂ ਨਾਲ ਮਰੀ ਜਾਂਦੇ ਆ, ਕੈਂਸਰ ਨਾਲ ਮਰੀ ਜਾਂਦੇ ਆ, ਵੀ ਇਹ ਇੱਕ ਹਊਆ ਪੇਸ਼ ਕਰ ਦਿੱਤਾ ਗਿਆ ਬਹੁਤ ਵੱਡਾ। ਪਰ ਨਹੀਂ, ਇਸ ਸਮੇਂ ਦੇ ਵਿੱਚ ਮੌਤਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਹੋਈਆਂ। ਔਰ ਜਿੱਦਾਂ ਜਿੱਦਾਂ ਜਿਹੜਾ ਦੁਨੀਆ ਆ ਇਹ ਖੁੱਲ੍ਹਣੀ ਸ਼ੁਰੂ ਹੋਈ ਆ, ਉੱਦਾਂ ਕਿਤੇ ਕਿਤੇ ਕੇਸਿਸ ਵਧੇ ਆ। ਪਰ ਲੋਕਾਂ ਨੇ ਹੁਣ ਇਸ ਗੱਲ ਨੂੰ ਮੰਨ ਲਿਆ ਕਿ ਜਿਹੜਾ ਅਸੀਂ ਇਹਨੂੰ ਖੋਲ੍ਹ ਦੇਣਾ। ਪੁਰਤਗਾਲ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਬ੍ਰਿਟਿਸ਼ ਟੂਰਿਸਟ ਆ ਉਹ ਸਾਡੇ ਆ ਸਕਦੇ ਆ, ਮੋਸਟ ਵੈਲਕਮ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਸਬਰ ਆ ਕੇ ਸਾਡੇ ਦੇਸ਼ ਦੇ ਵਿੱਚ ਜਿਹੜਾ ਤੁਸੀਂ ਬਿਤਾਓ। ਜਰਮਨ ਦੀ ਸਰਕਾਰ ਨੇ ਇਹ ਗੱਲ ਅਨਾਊਂਸ ਕਰ ਦਿੱਤੀ ਆ, ਅੱਜ ਹੀ ਉਹਨਾਂ ਨੇ ਅਨਾਊਂਸ ਕੀਤੀ ਆ ਕਿ ਅਸੀਂ ਜਿਹੜਾ ਗਲੋਬਲ ਟਰੈਵਲ ਆ ਉਹਦੀਆਂ ਕੁਛ ਜਿਹੜੀਆਂ ਵਾਰਨਿੰਗਸ ਆ, ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਜਾਣਾ, ਉਹ 15 ਜੂਨ ਤੋਂ ਅਸੀਂ ਚੱਕ ਦਿਆਂਗੇ। ਬਹੁਤ ਇਹ ਨਹੀਂ ਕਿ ਸਾਰਾ ਹੀ ਉਹਨੂੰ ਓਪਨ ਕਰ ਦੇਣਗੇ, ਪਰ ਕਾਫੀ ਹੱਦ ਤੱਕ ਉਹ ਕਹਿੰਦੇ ਅਸੀਂ ਇਹਨੂੰ ਚੱਕ ਦੇਣਾ। ਜਿਹੜੀਆਂ ਮੋਸਟ ਆਫ ਦਾ ਯੂਰਪੀਅਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਇਹਨੂੰ ਖੋਲ੍ਹ ਦੇਣਾ। ਦੁਬਈ ਦੇ ਵਿੱਚ ਬੀਚਿਸ ਖੋਲ੍ਹ ਦਿੱਤੀਆਂ ਗਈਆਂ। ਉਹਦੇ ਨਾਲ ਨਾਲ ਉਹਨਾਂ ਨੇ ਸਖਤੀ ਵੀ ਵਰਤੀ ਆ। 100 ਲੋਕਾਂ ਨੂੰ ਉਹਨਾਂ ਨੇ ਉੱਥੇ ਫਾਈਨ ਕੀਤਾ ਜਿਨ੍ਹਾਂ ਨੇ ਮਾਸਕ ਨਹੀਂ ਸੀ ਪਾਏ ਜਾਂ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਸੀ। ਬੀਚਿਸ ਖੁੱਲ੍ਹ ਗਈਆਂ, ਕੁਛ ਕੇਸ ਵੀ ਵਧੇ ਆ ਉੱਥੇ, ਪਰ ਨਾਲ ਨਾਲ ਜੁਰਮਾਨੇ ਸਖਤ ਨੇ। ਸੋ ਇਹ ਵਰਤਾਰਾ ਸਾਰੀ ਦੁਨੀਆ ਦੇ ਵਿੱਚ ਇੱਕੋ ਜਿਹਾ ਚੱਲ ਰਿਹਾ। ਜੇ ਅੱਜ ਅਸੀਂ ਇੱਥੇ BC ਦੇ ਵਿੱਚ ਖੜੇ ਗੱਲਬਾਤ ਕਰ ਰਹੇ ਹਾਂ, ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਵਿੱਚ ਜਾਂ ਬਾਕੀ ਦੇਸ਼ਾਂ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਜੋ ਕੁਛ ਹੋ ਰਿਹਾ, ਦੁਨੀਆ ਦੇ ਵਿੱਚ ਵੀ ਲਗਭਗ ਇਹੀ ਕੁਛ ਹੀ ਵਾਪਰ ਰਿਹਾ। ਇਟਲੀ ਜਿਹੜਾ ਉਹ ਰੀਓਪਨ ਹੋ ਰਿਹਾ ਦੁਬਾਰਾ ਯੂਰਪੀਅਨ ਟੂਰਿਸਟ ਦੇ ਲਈ। ਉਹ ਕਹਿੰਦੇ ਵੀ ਤੁਸੀਂ ਇੱਥੇ ਆ ਸਕਦੇ ਆ, ਇੱਥੇ ਆ ਕੇ ਤੁਸੀਂ ਜਿਹੜੇ ਆਪਣੀਆਂ ਛੁੱਟੀਆਂ ਬਿਤਾ ਸਕਦੇ ਆ। ਉਹ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਜਿਹੜੇ ਆ ਉਹ ਚੱਕਣ ਲੱਗੇ ਆ। ਕਈ ਕਿਸਮ ਦੀਆਂ ਹੋਰ ਵਰਤਾਰੇ ਇਸ ਸਮੇਂ ਦੇ ਵਿੱਚ ਸਾਹਮਣੇ ਆਏ ਆ, ਜਿਹਦੇ ਬਾਰੇ ਅੱਜ ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਵੀ ਕਰਨੀ ਆ। ਆਇਰਲੈਂਡ ਦੇ ਵਿੱਚ ਇੱਕ ਹੋਰ ਰਿਪੋਰਟ ਆਈ ਆ, ਉਹ ਕਹਿੰਦੇ ਕਿ 50% ਤੋਂ ਜ਼ਿਆਦਾ ਲੋਕਾਂ ਨੇ ਇਸ ਪੈਂਡੈਮਿਕ ਦੇ ਦੌਰਾਨ ਜਿਹੜੀ ਆ ਸ਼ਰਾਬ ਪੀਤੀ। ਉਹਦਾ ਡਾਟਾ ਐਗਜ਼ੈਕਟ ਕੀ ਹੈ ਕਿ 50% ਸ਼ਰਾਬ ਜ਼ਿਆਦਾ ਪੀਤੀ ਜਾਂ ਲੋਕ ਜ਼ਿਆਦਾ ਸੀ, ਪਰ ਸ਼ਰਾਬ ਦੀ ਵਰਤੋਂ ਉੱਥੇ ਬਹੁਤ ਹੋਈ ਆ ਇਸ ਪੈਂਡੈਮਿਕ ਦੇ ਦੌਰਾਨ। ਇਹਦਾ ਕੀ ਕਾਰਨ ਸੀ? ਕਿਉਂ? ਕੀ ਇਹਦਾ ਕੋਈ ਹੱਲ ਸੀ? ਕੀ ਇਹ ਲੋਕ ਵਿਹਲੇ ਘਰਾਂ ਦੇ ਵਿੱਚ ਸੀ ਤਾਂ ਇਹਦੀ ਵਰਤੋਂ ਜ਼ਿਆਦਾ ਹੋਈ ਆ, ਜਾਂ ਜਿਹੜੇ ਲੋਕ ਨੇ ਉਹ ਤੁਸੀਂ ਕਹਿ ਸਕਦੇ ਹੋ ਕਿ ਚਿੰਤਾ ਨੂੰ ਮਿਟਾਉਣ ਦੇ ਲਈ ਇਹਦੀ ਵਰਤੋਂ ਹੋਈ ਆ? ਹੋ ਸਕਦਾ ਬਾਕੀ ਦੁਨੀਆ ਦੇ ਹਿੱਸਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਹੋਵੇ। ਆਇਰਲੈਂਡ ਦੀ ਇਹ ਇੱਕ ਖਾਸ ਰਿਪੋਰਟ ਆ ਜਿਹੜੀ ਸਾਡਾ ਧਿਆਨ ਖਿੱਚਦੀ ਆ। ਇੱਕ ਖਬਰ ਦੋਸਤੋ, ਜਿਸ ਖਬਰ ਦੇ ਆਲੇ ਦੁਆਲੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਗਤੀਵਿਧੀਆਂ ਹੋ ਰਹੀਆਂ, ਜਿਹੜੀ ਜਾਰਜ ਫਲੋਇਡ ਦੀ ਮੌਤ, ਉਹਦੇ ਸੰਬੰਧ ਦੇ ਵਿੱਚ ਉਹ ਜਿਹੜੇ 4 ਪੁਲਿਸ ਆਫੀਸਰ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਸੀ। ਜਿਹੜਾ ਉਹ ਮੁੱਖ ਪੁਲਿਸ ਆਫੀਸਰ ਸੀ, ਜਿਹੜਾ ਮਿਨੀਆਪੋਲਿਸ ਪੁਲਿਸ ਆਫੀਸਰ ਸੀ, ਡੈਰੇਕ ਚੋਵਾਨ, ਉਹ ਡੈਰੇਕ ਚੋਵਾਨ ਦੇ ਉੱਤੇ ਚਾਰਜ ਲਾਏ ਗਏ ਸੀ 3rd ਡਿਗਰੀ ਮਰਡਰ ਦੇ। ਮੁਜ਼ਾਹਰੇ ਇਸ ਕਰਕੇ ਲੋਕ ਕਰ ਰਹੇ ਸੀ ਕਿ ਇਹਦੇ ਉੱਤੇ 1st ਡਿਗਰੀ ਮਰਡਰ ਦਾ ਚਾਰਜ ਲਾਓ। ਉਹਦੇ ਚਾਰਜ ਜਿਹੜੇ ਦੋਸਤੋ ਹੈਗੇ ਆ ਉਹ 2nd ਡਿਗਰੀ ਮਰਡਰ ਦੇ ਕਰ ਦਿੱਤੇ ਗਏ ਆ ਜਾਰਜ ਫਲੋਇਡ ਦੀ ਕਿਲਿੰਗ ਦੇ ਸੰਬੰਧ ਦੇ ਵਿੱਚ, ਡੈਰੇਕ ਚੋਵਾਨ ਦੇ। ਔਰ ਇਹ ਇੱਕ ਬਹੁਤ ਵੱਡਾ ਉਹਨਾਂ ਦੀ ਤੁਸੀਂ ਪ੍ਰਾਪਤੀ ਕਹਿ ਸਕਦੇ ਹੋ। ਔਰ ਉੱਥੋਂ ਦੇ ਜੱਜ ਨੇ ਗੱਲ ਕਹੀ ਆ ਕਿ ਅਸੀਂ ਦੇਖ ਰਹੇ ਹਾਂ ਕਿ ਜ਼ਿੰਦਗੀ ਦੀ ਜਿਹੜੀ ਕੀਮਤ ਹੈਗੀ ਔਰ ਇਨਸਾਫ ਜ਼ਰੂਰ ਮਿਲੂਗਾ। ਅਮਰੀਕਾ ਦੇ ਵਿੱਚ ਥੋੜ੍ਹਾ ਜਿਹਾ ਕਹਿ ਸਕਦੇ ਹਾਂ ਕਿ ਸਾਰੀ ਗੱਲਬਾਤ ਕਿਤੇ ਨਾ ਕਿਤੇ ਘਟੀ ਆ, ਪਰ ਪੂਰੀ ਤਰ੍ਹਾਂ ਇਹ ਨਹੀਂ ਬੰਦ ਹੋਈ। ਇਹ ਵੇਵ ਜਿਹੜੀ ਹੈ ਚਾਰੇ ਪਾਸੇ ਫੈਲ ਰਹੀ ਆ। ਲੋਕ ਪ੍ਰਦਰਸ਼ਨ ਕਰ ਰਹੇ ਆ, ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਦੂਜੇ ਸ਼ਾਮਲ ਵੀ ਹੋ ਰਹੇ ਆ, ਔਰ ਇਹ ਕਿਤੇ ਕਿਤੇ ਪ੍ਰਦਰਸ਼ਨ ਜਿਹੜੇ ਆ ਹਿੰਸਕ ਵੀ ਹੋ ਰਹੇ ਆ। ਇਸ ਵੇਲੇ ਇੱਕ ਵਾਰੀ ਫੇਰ ਜਿਹੜਾ ਰੇਸਿਜ਼ਮ ਦੇ ਨਾਲ ਸੰਬੰਧਿਤ ਗੱਲਬਾਤ ਆ ਉਹ ਚੱਲ ਪਈ ਆ ਕਿ ਇਹਦੇ ਵਿੱਚ ਪੋਲੀਟਿਕਸ ਕਿੰਨੀ ਕੁ, ਰਾਜਨੀਤੀ ਕਿੰਨੀ ਕੁ ਇਹਦੇ 'ਚ ਸ਼ਾਮਲ ਆ, ਨਵੰਬਰ ਦੇ ਵਿੱਚ ਆਉਣ ਵਾਲੀ ਇਲੈਕਸ਼ਨ ਇਹਦੇ 'ਚ ਕਿੰਨੀ ਸ਼ਾਮਲ ਆ, ਇਹ ਲੋਕਾਂ ਦੀ ਇਨਜਸਟਿਸ ਦੇ ਖਿਲਾਫ ਕਿੰਨੀ ਕੁ ਆਵਾਜ਼ ਆ, ਇੱਕ ਰੇਸ ਦੀ ਦੂਜੀ ਰੇਸ ਦੇ ਖਿਲਾਫ ਗੁੱਸਾ ਕਿੰਨਾ ਕੁ, ਕੀ ਇਹ ਜ਼ਮਾਨਾ ਇਸ ਵੇਲੇ ਪੋਲਰਾਈਜੇਸ਼ਨ ਦਾ ਆ ਕਿ ਸਾਰੇ ਇੱਕ ਰੰਗ ਦੇ ਲੋਕ ਕਿਸੇ ਤਰ੍ਹਾਂ ਵੋਟਾਂ ਲਈ ਇੱਕ ਪਾਸੇ ਕਰ ਦਿੱਤੇ ਜਾਣ, ਦੂਜੇ ਪਾਸੇ ਚਲੇ ਜਾਣ। ਕੀ ਲੋਕ ਸੱਚਮੁੱਚ ਵੰਡੇ ਜਾਂਦੇ ਆ ਧਰਮਾਂ ਦੇ ਨਾਂ 'ਤੇ, ਰੰਗ ਦੇ ਨਾਂ 'ਤੇ, ਜਾਤ ਦੇ ਨਾਂ ਦੇ ਉੱਤੇ, ਜਾਂ ਲੋਕ ਹੁਣ ਸਿਆਣੇ ਹੋ ਚੁੱਕੇ ਆ, ਇਸੇ ਕਰਕੇ ਬਿਨਾਂ ਰੰਗ ਭੇਦਭਾਵ ਦੇ ਲੋਕ ਸਾਹਮਣੇ ਆਏ ਔਰ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਆ। ਸੋ ਅੱਜ ਦੀਆਂ ਇਹ ਦੋਸਤੋ ਕੁਝ ਕੁ ਸੁਰਖੀਆਂ ਜਿਹੜਾ ਸਾਡਾ ਧਿਆਨ ਮੰਗਦੀਆਂ। ਔਰ ਆਖਰੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਇੱਕ ਸਾਂਝੀ ਕੀਤੀ ਆ, ਆਇਰਲੈਂਡ ਦੇ ਵਿੱਚ ਇਸ ਪੈਂਡੈਮਿਕ ਦੇ ਦੌਰਾਨ ਸ਼ਰਾਬ ਦੀ ਵਰਤੋਂ ਲੋਕਾਂ ਨੇ ਵਧਾ ਦਿੱਤੀ ਆ, ਉਹਦਾ ਕਾਰਨ ਕੀ ਹੋ ਸਕਦਾ। ਦੂਜੀ ਗੱਲ ਦੋਸਤੋ, ਇਮਿਊਨਿਟੀ ਸਾਡੀ
ਕਿੱਦਾਂ ਸਟਰੋਂਗ ਹੋ ਸਕਦੀ ਆ ਤੇ ਇਹਦੇ ਲਈ ਕੀ ਕੀਤਾ ਜਾ ਸਕਦਾ, ਤੇ ਇਮਿਊਨਿਟੀ ਦੇ ਲਈ ਨੀਂਦ ਕਿੰਨੀ ਕੁ ਜ਼ਰੂਰੀ ਆ। ਇਹ ਦੋ ਤਿੰਨ ਗੱਲਾਂ ਅੱਜ ਖਾਸ ਤੌਰ ਤੇ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਦੇ ਨਾਲ ਕਰਨੀਆਂ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਸਮਝ ਸਕਦੇ ਹਾਂ। ਇਮਿਊਨਿਟੀ, ਨੀਂਦ, ਸ਼ਰਾਬ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਇੱਕ ਕਿਤੇ ਅਸੀਂ ਖਬਰ ਪੜ੍ਹ ਰਹੇ ਹਾਂ ਕਿ ਆਇਰਲੈਂਡ ਦੇ ਵਿੱਚ ਲੋਕਾਂ ਨੇ ਸ਼ਰਾਬ ਦੀ ਵਰਤੋਂ ਪੈਂਡੈਮਿਕ ਦੇ ਦੌਰਾਨ ਜ਼ਿਆਦਾ ਕੀਤੀ ਆ। ਸ਼ਰਾਬ ਆਮ ਤੌਰ ਤੇ ਲੋਕ ਜਿਨ੍ਹਾਂ ਨੂੰ ਪੁੱਛਦੇ ਆ, ਜਿਹੜੇ ਲੋਕ ਪੀਂਦੇ ਆ ਕਿ ਕਿਉਂ ਪੀਂਦੇ ਆ, ਉਹ ਕਹਿੰਦੇ ਇੱਕ ਤਾਂ ਇਹਦੇ ਨਾਲ ਨੀਂਦ ਆ ਜਾਂਦੀ, ਦੂਜਾ ਬੰਦਾ ਮੈਂਟਲੀ ਰਿਲੈਕਸ ਹੋ ਜਾਂਦਾ, ਕੁਦਰਤੀ ਤੌਰ ਤੇ ਰਿਲੈਕਸ ਹੁੰਦਾ ਹੋਊਗਾ, ਜਾਂ ਉਹਦੀ ਜਿਹੜੀ ਅੰਦਰ ਖੁਸ਼ੀ ਆ, ਜੇ ਖੁਸ਼ੀ ਦੇ ਮੌਕੇ ਉਹ ਪੀਂਦਾ ਤਾਂ ਖੁਸ਼ੀ ਵੱਧ ਜਾਂਦੀ ਹੈ, ਜੇਕਰ ਦੁੱਖ ਦੇ ਵੇਲੇ ਪੀਂਦਾ ਤਾਂ ਉਹਦਾ ਕਹਿੰਦੇ ਇਹ ਐਸੀ ਇੱਕ ਜਾਦੂ ਦੀ ਚੀਜ਼ ਆ ਵੀ ਉਹਦਾ ਦੁੱਖ ਘਟ ਜਾਂਦਾ। ਮੈਡੀਕਲੀ ਤੁਸੀਂ ਇਹਨੂੰ ਕਿੱਦਾਂ ਦੇਖਦੇ ਆ ਕਿ ਇਹਦਾ ਕਿੰਨਾ ਕੁ ਪੋਜ਼ੀਟਿਵ ਜਾਂ ਨੈਗੇਟਿਵ ਅਸਰ, ਜਾਂ ਕੁਝ ਲੋਕ ਕਹਿੰਦੇ ਇੱਕ ਪੈਗ ਪੀ ਲੈਣਾ ਚਾਹੀਦਾ, ਹਾਰਟ ਅਟੈਕ ਨਹੀਂ ਹੁੰਦਾ, ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ, ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਸਪਸ਼ਟ ਕਰੋ ਜੀ। ਹਾਂਜੀ, ਬਹੁਤ ਸੋਹਣਾ ਔਰ ਪ੍ਰੈਕਟੀਕਲ ਕੁਐਸਚਨ ਹੈਗਾ। ਔਰ ਕੈਨੇਡਾ 'ਚ ਵੀ ਸ਼ਰਾਬ ਦੀ ਜਿਹੜੀ ਦਰ ਹੈਗੀ ਆ ਉਹ ਵਧੀ ਆ। ਕਰੀਬਨ ਅਸੀਂ ਦੇਖ ਰਹੇ ਹਾਂ 35% ਲੋਕੀ ਜਿਹੜੇ ਹੈਗੇ ਆ ਉਹ ਕਬੂਲ ਰਹੇ ਆ ਵੀ ਅਸੀਂ ਬਹੁਤ ਜ਼ਿਆਦਾ ਪੀਣ ਲੱਗ ਪਏ। ਔਰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਪੀ ਰਹੇ ਆ, ਉਹਦੇ ਵਿੱਚ ਕਰੀਬਨ 45% ਕਹਿੰਦੇ ਆ ਵੀ ਸਾਨੂੰ ਬੋਰ ਹੋ ਗਿਆ ਸੀ, ਘਰ ਬੈਠੇ ਸੀ, ਕੰਮਾਂ ਕਾਰਾਂ 'ਚ ਨਹੀਂ ਜਾਂਦੇ ਸੀ, ਕੀ ਕਰੀਏ, ਸੋਚਿਆ ਵੀ ਚੱਲ ਗਲਾਸੀ ਲਾ ਲੈਂਦੇ ਆ। ਔਰ 49% 50% ਕਹਿ ਲਓ, ਕਹਿੰਦੇ ਵੀ ਸਾਨੂੰ ਸਟ੍ਰੈਸ ਹੋ ਗਿਆ, ਚਿੰਤਾ ਹੋ ਗਈ, ਪਰੇਸ਼ਾਨੀ ਹੋ ਗਈ, ਉਹਨੂੰ ਦੂਰ ਕਰਨ ਵਾਸਤੇ। ਲੇਕਿਨ ਅਗਰ ਆਪਾਂ ਦੇਖੀਏ, ਇਹ ਰਾਈਟ ਟ੍ਰੀਟਮੈਂਟ ਨਹੀਂ ਹੈਗਾ। ਅਗਰ ਅਸੀਂ ਪੁੱਛੀਏ ਵੀ ਕੀ ਇੱਕ ਡਰਿੰਕ ਪੀਣਾ ਜਾਇਜ਼ ਆ, 2 ਜਾਇਜ਼ ਆ, ਹਫਤੇ 'ਚ 10 ਡਰਿੰਕ ਪੀਣੇ ਚਾਹੀਦੇ ਆ, ਮੇਰਾ ਆਨਸਰ ਹੈਗਾ 0, ZERO। ਇੱਕ ਵੀ ਜਿਹੜਾ ਅਲਕੋਹਲ ਦਾ ਡਰਿੰਕ ਹੈ ਤੁਹਾਡੀ ਬੋਡੀ ਨੂੰ ਨੁਕਸਾਨ ਕਰੂਗਾ, ਫਾਇਦਾ ਉਹਨੇ ਕੁਝ ਨਹੀਂ ਕਰਨਾ। ਉੱਦਾਂ ਸਟੱਡੀਜ਼ ਆਉਂਦੀਆਂ ਰਹਿੰਦੀਆਂ ਵੀ ਇਹ ਕਰ ਲਓ, ਉਹ ਕਰ ਲਓ, ਗਾਈਡਲਾਈਨਸ ਹੋ ਜਾਂਦੀਆਂ, ਲੇਕਿਨ ਤੁਹਾਡੇ ਬ੍ਰੇਨ ਤੋਂ ਲੈ ਕੇ ਤੁਹਾਡੇ ਪੈਰਾਂ ਦੀ ਤਲੀਆਂ ਤੱਕ ਹਰ ਇੱਕ ਅੰਗ ਨੂੰ ਇਹਨੇ ਖਰਾਬ ਹੀ ਕਰਨਾ, ਇਹਨੇ ਕੋਈ ਉਹਦਾ ਸੁਧਾਰ ਨਹੀਂ ਕਰਨਾ। ਔਰ ਤੁਹਾਨੂੰ ਇੱਕ ਟੈਂਪਰਰੀ ਇੱਕ ਮਾਹੌਲ ਕ੍ਰੀਏਟ ਕਰ ਦੇਣਾ ਵੀ ਥੋੜੀ ਜੀ ਖੁਸ਼ੀ ਦੇ ਦਿੱਤੀ। ਔਰ ਤੁਹਾਡੇ ਜਿਹੜੇ ਇਨਹਿਬਿਸ਼ਨਸ ਹੈਗੇ ਆ, ਦੇਖੋ ਕਈ ਵਾਰ ਲੋਕੀ ਜਦ ਤੱਕ ਇਹਨਾਂ ਨੇ 1-2 ਡਰਿੰਕ ਨਾ ਲਾਇਆ ਹੋਇਆ ਤਦ ਤੱਕ ਉਹ ਖੁੱਲ ਕੇ ਗੱਲ ਨਹੀਂ ਕਰਦੇ, ਸੋ ਇਨਹਿਬਿਸ਼ਨ ਚਲੇ ਜਾਂਦਾ। ਤੁਹਾਡੀ ਜਿਹੜੀ ਜਜਮੈਂਟ ਹੈਗੀ ਆ ਉਹ ਵੀ ਖੇਰੂ ਹੋ ਜਾਂਦੀ ਆ। ਔਰ ਖਾਸ ਕਰਕੇ ਕੋਵਿਡ ਦੇ ਟਾਈਮ 'ਚ WHO ਨੇ ਕਿਹਾ ਵੀ ਡਰਿੰਕਸ ਨਾ ਪੀਓ, ਕਿਉਂਕਿ ਪਹਿਲੀ ਗੱਲ ਤੇ ਇਹ ਹੈਗੀ ਆ ਵੀ ਇਹ ਤੁਹਾਨੂੰ ਨੁਕਸਾਨ ਕਰੂਗੀ, ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਜ਼ਰੂਰੀ ਚਾਹੀਦਾ ਕੋਵਿਡ 'ਚ, ਉਹਨੂੰ ਖਰਾਬ ਕਰੂਗੀ। ਤੀਜਾ, ਤੁਹਾਡੀ ਜਜਮੈਂਟ ਔਰ ਐਰਰ ਹੋ ਗਏ, ਤੁਸੀਂ ਅਗਰ ਡਿਸਟੈਂਸ 6-8 ਫੁੱਟ ਨਹੀਂ ਚੇਤਾ ਰਹਿੰਦਾ, ਤੁਸੀਂ ਜਾ ਕੇ ਲੋਕਾਂ ਨੂੰ ਜੱਫੀਆਂ ਪਾਉਣ ਲੱਗ ਪੈਣਾ, ਸਰੂਰ 'ਚ ਆ ਕੇ ਹੈਂਡ ਵਾਸ਼ਿੰਗ ਭੁੱਲ ਜਾਣੀ ਆ, ਜਿਹੜੀ ਸਾਰੇ ਪ੍ਰੋਟੋਕਾਲ ਅਸੀਂ ਕਰਦੇ ਆ ਰਹੇ ਆ। ਸੋ ਸ਼ਾਰਟ ਆਨਸਰ ਹੈਗਾ ਵੀ ਨਹੀਂ, ਕੋਈ ਵੀ ਡਰਿੰਕ ਨਹੀਂ ਚਾਹੀਦੀ। ਲੇਕਿਨ ਟਰਬਲ ਇਹ ਹੈਗੀ ਹੈ, ਬਹੁਤ ਵੱਡੀ ਮਾਤਰਾ 'ਚ ਆਲ ਓਵਰ ਦਾ ਵਰਲਡ ਲੋਕੀ ਪੀਂਦੇ ਆ, ਬੰਦੇ ਜ਼ਿਆਦਾ ਪੀਂਦੇ ਆ, ਲੇਡੀਜ਼ ਘੱਟ ਪੀਂਦੀਆਂ, ਲੇਕਿਨ ਲੇਡੀਜ਼ ਦੇ ਵਿੱਚ ਦਰ ਵੱਧਦੀ ਜਾ ਰਹੀ ਆ। ਜਿਹੜੀ ਬੀਅਰ ਆ, ਵਾਈਨ ਆ, ਉਹ 'ਚ ਥੋੜੀ ਘੱਟ ਹੁੰਦੀ ਆ। ਜਿਹੜੀ ਵਿਸਕੀ ਆ ਉਹਦੇ 'ਚ 40% ਹੁੰਦੀ ਆ। ਉਸ ਤੋਂ ਵੀ ਵਧੇਰੀ ਮਾਤਰਾ ਦੇ ਜਿਹੜੇ ਹੈਗੇ ਸੋਰਸਿਸ ਅਵੇਲੇਬਲ ਹੈਗੇ ਆ। ਜਿਹੜਾ ਕੈਨੇਡੀਅਨ ਗਵਰਨਮੈਂਟ ਕਹਿੰਦੀ ਆ ਵੀ ਇੱਕ ਡਰਿੰਕ ਉਹਦਾ ਅੰਕ ਹੁੰਦਾ 30 ml, ਜਿਵੇਂ ਵੀ 1 ਆਉਂਸ 28.5 ml ਕਹਿ ਲਓ, ਚਲੋ ਮੋਟਾ ਕਰਕੇ 30। ਲੇਕਿਨ ਆਪਣੇ ਬੰਦਿਆਂ ਦੇ ਜਿਹੜੇ ਇੱਕ ਡਰਿੰਕ ਹੁੰਦੇ ਆ ਉਹ 60 ਤੋਂ 90 ml ਦੇ ਹੁੰਦੇ, ਉਸ ਤੋਂ ਥੱਲੇ ਤਾਂ ਕੋਈ ਰਾਜੀ ਨਹੀਂ ਹੁੰਦਾ। ਸੋ ਸ਼ਾਰਟ ਆਨਸਰ ਜਸਕਰਨ ਜੀ ਇਹ ਹੈਗਾ ਵੀ ਇਨਸਾਨ ਪੀ ਕਿਉਂ ਰਿਹਾ, ਇਹ ਰੀਜ਼ਨ ਸਾਨੂੰ ਲੱਭਣਾ ਪੈਣਾ ਜੀ। ਦੇਖੋ, ਇਨਸਾਨ ਬੇਚੈਨ ਆ, ਉਹਨੂੰ ਨਸ਼ੇ ਦੀ ਲੋੜ ਆ। ਹੁਣ ਤੁਸੀਂ ਕਹੋਗੇ ਡਾਕਟਰ ਭੁਰਜੀ ਕਹਿੰਦਾ ਹਾਏ ਨਸ਼ਾ ਕਰੋ, ਨਹੀਂ, ਨਸ਼ਾ ਟੈਂਪਰਰੀ ਹੈਗਾ ਵੀ ਤੁਸੀਂ ਸ਼ਰਾਬ ਦਾ ਲੈ ਲਿੱਤਾ, ਜਾਂ ਹੁਣ ਮੈਰੀਜੁਆਨਾ ਵੀ ਲੀਗਲਾਈਜ਼ਡ ਹੈਗੀ ਜਿਹਨੂੰ ਆਪਾਂ ਸੁੱਖਾ ਕਹਿੰਦੇ ਆ, ਜਾਂ ਤੁਸੀਂ ਇਲੀਗਲੀ ਡਰੱਗਸ ਵੀ ਬਹੁਤ ਲੋਕੀ ਰਹਿੰਦੇ ਆ, ਜਾਂ ਫਿਰ ਪਰਮਾਨੈਂਟ ਨਸ਼ਾ ਇਹ ਆ ਵੀ ਤੁਸੀਂ ਆਪਣੇ ਆਪ ਦੇ ਨਾਲ ਜੁੜੋ, ਰੂਹਾਨੀ ਪੱਖ ਤੇ ਰਹੋ, ਐਕਸਰਸਾਈਜ਼ ਕਰੋ, ਸਿਮਰਨ ਸਾਧਨਾ ਕਰੋ, ਕਿਉਂਕਿ ਉਹੀ ਗੱਲਾਂ ਜਿਹੜੀਆਂ ਐਕਸਰਸਾਈਜ਼ ਸਿਮਰਨ ਸਾਧਨਾ ਤੋਂ ਸਾਡੇ ਮਨ ਦੇ ਵਿੱਚ ਐਂਡੋਰਫਿਨ ਬਣਦੇ ਆ। ਐਂਡੋਰਫਿਨ, ENDORPHIN, ਜਿਹੜੇ ਕੈਮੀਕਲ ਜਿਹੜੇ ਤੁਹਾਨੂੰ ਖੁਸ਼ੀ, ਖੇੜਾ ਔਰ ਸਰੂਰ ਦਿੰਦੇ ਆ, ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ, ਨਾ ਹੀ ਇਹਦਾ ਕੋਈ ਮੁੱਲ ਲੱਗਦਾ, ਨਾ ਇਹ ਬਾਹਰੋਂ ਜਾ ਕੇ ਤੁਹਾਨੂੰ ਖਰੀਦ ਕੇ ਲੈ ਕੇ ਆਉਣੀ ਪੈਂਦੀ ਆ।
500 ਕਰੋੜ ਤੋਂ ਜ਼ਿਆਦਾ ਹਿੰਦੁਸਤਾਨ 'ਚ ਸ਼ਰਾਬ ਵਿਕੀ ਪਹਿਲੇ ਦਿਨ ਜਦੋਂ ਲੋਕਡਾਊਨ ਖੁੱਲਿਆ। ਔਰ ਇਹ ਫ੍ਰੀ ਹੈਗਾ, ਅਗਰ ਤੁਸੀਂ ਐਕਸਰਸਾਈਜ਼ ਕਰਦੇ ਹੋ, ਵਾਕ ਤੇ ਚਲੇ ਗਏ, ਦੌੜਨ ਚਲੇ ਗਏ, ਸਾਈਕਲ 'ਚ ਚਲੇ ਗਏ, ਜੋ ਵੀ ਐਕਸਰਸਾਈਜ਼ ਕਰਦੇ ਹੋ, ਜਿਹੜੀ ਸਿਮਰਨ ਸਾਧਨਾ ਆਪਣੇ ਆਪ ਦੇ ਨਾਲ, ਜੋ ਵੀ ਤੁਹਾਡਾ ਇਸ਼ਟ ਹੈਗਾ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਕੋਈ, ਜਾਂ ਅੱਲਾਹੂ ਕਹੋ, ਜਾਂ ਗਾਇਤਰੀ ਮੰਤ, ਓਮ ਨਮੋ ਸ਼ਿਵਾਏ, ਜੋ ਵੀ ਤਸਬੀਹ ਲੈ ਲਓ, ਮਾਲਾ ਲੈ, ਜੋ ਵੀ ਤੁਹਾਨੂੰ ਠੀਕ ਲੱਗਦਾ, ਉਹਦਾ ਫਾਇਦਾ ਹੀ ਹੈ, ਨੁਕਸਾਨ ਨਹੀਂ ਹੈ, ਨਾਲੇ ਉਹ ਫ੍ਰੀ ਆ। ਸੋ ਇਮਿਊਨ ਸਿਸਟਮ ਨੂੰ ਬਹੁਤ ਖਰਾਬ ਕਰਦੀ ਆ ਤੁਹਾਡੇ। ਮੈਂ ਥੋੜੇ ਹਾਸੇ ਵਾਲੀ ਗੱਲ ਕਰਦਾ, ਤੁਹਾਡੇ ਇਮਿਊਨ ਸਿਸਟਮ ਦੇ ਜਿਹੜੇ ਪ੍ਰੋਟੈਕਟਿਵ ਸੈੱਲ ਆ ਨਾ, ਉਹਨਾਂ ਨੂੰ ਵੀ ਸਰੂਰ 'ਚ ਲੈ ਆਉਂਦੀ, ਉਹ ਵੀ ਕੰਮ ਕਰਨੋਂ ਹਟ ਜਾਂਦੇ ਆ। ਮਤਲਬ ਕਹਿਣ ਦਾ ਮਤਲਬ ਇਹ ਸੀ, ਜਿਹੜਾ ਤੁਹਾਡਾ ਇਮਿਊਨ ਸਿਸਟਮ ਦੇ ਜਿਹੜੇ ਪ੍ਰੋਟੈਕਟਿਵ ਸੈੱਲ ਆ, ਉਹ ਕੰਮ ਕਰਨੋਂ ਹਟ ਜਾਂਦੇ ਆ ਅਗਰ ਅੰਦਰ ਬੋਡੀ 'ਚ ਅਲਕੋਹਲ ਜਾਏ। ਦੇਖੋ ਪਹਿਲਾਂ ਇਹਨੇ ਜਾਣਾ ਤੁਹਾਡੇ ਮਿਹਦੇ 'ਚ, ਮਿਹਦੇ ਔਰ ਆਂਤੜੀ 'ਚ, ਉੱਥੇ ਜਾ ਕੇ ਇਹਨੇ ਜਲਨ, ਐਸਿਡ ਪ੍ਰੋਡਿਊਸ ਕਰਨਾ, ਇਨਫਲੇਮੇਸ਼ਨ ਕਰਨਾ, ਉੱਥੋਂ ਫਿਰ ਐਬਜ਼ੌਰਬ ਹੋ ਕੇ ਇਹਨੇ ਲਿਵਰ 'ਚ ਜਾਣਾ। ਲਿਵਰ 'ਚ ਇਹਨੂੰ, ਸਾਨੂੰ ਜਿਹਨੂੰ ਆਪਾਂ ਜਿਗਰ ਵੀ ਕਹਿੰਦੇ ਆ, ਲਿਵਰ ਵੀ ਕਹਿੰਦੇ ਆ, ਕਾਲਜਾ ਵੀ ਕਹਿੰਦੇ ਆ, ਕਲੇਜੀ ਵੀ ਕਹਿੰਦੇ ਆ, ਤੇ ਉੱਥੇ ਪ੍ਰੋਸੈਸ ਹੋਣਾ। ਔਰ ਅਗਰ ਤੁਸੀਂ ਬਹੁਤ ਲੰਬੇ ਅਰਸੇ ਤੱਕ ਪੀ ਰਹੇ ਆ ਤਾਂ ਲਿਵਰ ਡੈਮੇਜ ਤਾਂ ਗਰੰਟੀ ਆ, ਜਿਹਨੂੰ ਆਪਾਂ ਕਹਿੰਦੇ ਸਕਾਰਿੰਗ ਹੋ ਜਾਣਾ, ਸਿਰੋਸਿਸ ਹੋ ਜਾਣਾ, ਤੁਹਾਡੀ ਅੱਖਾਂ ਦੇ ਉੱਤੇ ਅਸਰ ਕਰਨਾ, ਤੁਹਾਡੇ ਦੰਦ ਕਮਜ਼ੋਰ ਹੋ ਜਾਣੇ ਆ, ਤੁਹਾਡੇ ਮਸਲ ਜਿਹੜੇ ਹੈਗੇ ਗਲਣੇ ਸ਼ੁਰੂ ਹੋ ਜਾਂਦੇ ਆ, ਹੱਡੀਆਂ ਜਿਹੜੀਆਂ, ਉਹਦਾ ਕੈਲਸ਼ੀਅਮ ਜਿਹੜਾ ਹੈਗਾ ਘਟਣਾ ਸ਼ੁਰੂ ਹੋ ਜਾਂਦਾ। ਜਿਹੜਾ ਬ੍ਰੇਨ ਆ ਨਾ, ਉਹਦੇ ਵਿੱਚ ਵੀ ਥੋੜੇ ਸੈਲਸ ਜਿਹੜੇ ਹੈਗੇ ਆ, ਉਹ ਸ਼ਰਿੰਕ ਹੋਣੇ ਸ਼ੁਰੂ ਹੋ ਜਾਂਦੇ ਆ। ਤੁਹਾਡੇ ਜਿਹੜੇ ਬੰਦਿਆਂ ਦੇ ਜਿਹੜੇ ਅੰਗ ਹੈਗੇ ਆ, ਪ੍ਰਾਈਵੇਟ ਪਾਰਟਸ ਹੈਗੇ ਆ, ਜਿੱਥੋਂ ਟੈਸਟੋਸਟੇਰੋਨ ਬਣਦਾ, ਉਹਦੇ ਉੱਤੇ ਵੀ ਅਸਰ ਕਰਦੀ ਆ, ਉਹਨੂੰ ਵੀ ਲੌਂਗ ਟਰਮ 'ਚ ਖਰਾਬ ਕਰਦੀ ਆ। ਹਾਰਮੋਨ ਪ੍ਰੋਡਕਸ਼ਨ ਜਿਹੜਾ ਹੈਗਾ ਉਹ ਘਟਾਉਂਦੀ ਆ। ਤੁਹਾਡੇ ਖੂਨ ਦੀ ਨਸਾਂ ਜਿਹੜੀਆਂ ਹੈਗੀਆਂ, ਉਹ ਟੈਂਪਰਰੀ ਜ਼ਰੂਰ ਖੁੱਲਦੀਆਂ, ਲੇਕਿਨ ਅਗਰ ਆਪਾਂ ਲੌਂਗ ਟਰਮ 'ਚ ਕਹੀਏ, ਉਹਨਾਂ ਨੂੰ ਵੀ ਇਨਫਲੇਮੇਸ਼ਨ ਔਰ ਡੈਮੇਜ ਕਰਦੀ ਆ। ਸੋ ਸ਼ਾਰਟ ਆਨਸਰ ਇਹੀ ਆ, ਸ਼ਰਾਬ ਨਾ ਪੀਓ। ਦੇਖੋ ਲਫ਼ਜ਼ ਦੋ ਆ, ਸ਼ਰ ਤੇ ਆਬ। ਆਬ ਦਾ ਅਰਥ ਹੁੰਦਾ ਪਾਣੀ, ਤੇ ਸ਼ਰ ਦਾ ਅਰਥ ਹੁੰਦਾ ਸ਼ਰਾਰਤ ਕਰਨ ਵਾਲਾ ਪਾਣੀ। ਉਹ ਪਾਣੀ ਜਿਹੜਾ ਪੀ ਕੇ ਅਸੀਂ ਸ਼ਰਾਰਤ ਕਰਨੀ ਆ, ਅਸੀਂ ਇਨਸਾਨੀਅਤ ਨੂੰ ਭੁੱਲ ਕੇ ਹੈਵਾਨੀਅਤ 'ਚ ਚਲੇ ਜਾਣਾ। ਸੋ ਇਸ ਲਈ ਅਸੀਂ ਸ਼ਰਾਬ ਨਾ ਪੀਏ। ਔਰ ਜਿਹੜਾ ਮੈਂ ਹੀ ਕਹੂੰਗਾ ਵੀ, ਹਾਲਾਂਕਿ ਇਹ ਗੁਰਬਾਣੀ ਤੋਂ ਤੁਕ ਨਹੀਂ ਆਉਂਦੀ, ਕੋਈ ਵੀ ਜਗ੍ਹਾ ਦੀ ਪੁਸ਼ਟੀ ਨਹੀਂ ਮਿਲਦੀ, ਲੇਕਿਨ ਬਹੁਤ ਸਾਰਿਆਂ ਨੇ ਇਹ ਸੁਣਿਆ ਹੋਣਾ ਵੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੋ ਨਾਮ ਦੀ ਖੁਮਾਰੀ ਲੈ ਕੇ ਆਓ, ਨਾਮ ਦਾ ਨਸ਼ਾ ਲੈ ਕੇ ਆਓ, ਭਗਤੀ ਦਾ ਨਸ਼ਾ ਲੈ ਕੇ ਆਓ, ਕਿਉਂਕਿ ਉਹ ਲਾਲੀ, ਉਹ ਸਰੂਰ, ਉਹ ਜਜ਼ਬਾ ਤੁਹਾਡੇ ਇਮਿਊਨ ਸਿਸਟਮ ਨੂੰ ਬਰਕਰਾਰ ਕਰਦਾ, ਤੁਹਾਡੇ ਜਿਹੜੇ ਬ੍ਰੇਨ ਸੈਲਸ ਆ ਉਹਨਾਂ ਨੂੰ ਮਜ਼ਬੂਤ ਕਰਦਾ। ਤੁਹਾਨੂੰ ਕੋਈ ਚੀਜ਼ ਦਾ ਗਮ ਨਹੀਂ ਰਹਿੰਦਾ, ਚਿੰਤਾ ਨਹੀਂ ਰਹਿੰਦੀ, ਤੁਸੀਂ ਕੋਈ ਵੀ ਸਿਚੁਏਸ਼ਨ ਤੋਂ ਨੈਵੀਗੇਟ ਕਰ ਸਕਦੇ ਹੋ। ਡਾਕਟਰ ਸਾਹਿਬ, ਇਹਦੇ ਲਈ ਦੋ ਜਿਹੜੇ ਲੌਜਿਕ ਆ ਜਿਹੜੇ ਦਿੱਤੇ ਜਾਂਦੇ ਆਮ ਤੌਰ 'ਤੇ, ਕਿ ਸ਼ਰਾਬ ਪੀ ਕੇ ਬੰਦਾ ਸੌਂ ਜਾਂਦਾ ਚੈਨ ਦੇ ਨਾਲ, ਉਹਨੂੰ ਤਸੱਲੀ ਨਾਲ ਨੀਂਦ ਆ ਜਾਂਦੀ ਹੈ, ਔਰ ਤੇ ਨੀਂਦ ਆਉਣ ਦੇ ਨਾਲ ਅਸੀਂ ਸਾਰੇ ਜਾਣਦੇ ਹਾਂ ਵੀ ਬੰਦਾ ਰਿਲੈਕਸ ਹੋ ਜਾਂਦਾ, ਉਹ ਤਾਂ ਦਿਮਾਗ ਜਿਹੜਾ ਸਵੇਰੇ ਫਰੈਸ਼ ਹੁੰਦਾ ਜਦੋਂ ਉਹ ਚੰਗੀ ਤਰ੍ਹਾਂ ਸੌਂ ਕੇ ਉੱਠਦਾ। ਇਸ ਢੰਗ ਦੇ ਨਾਲ ਇਹ ਫਾਇਦਾ ਨਹੀਂ ਦਿੰਦੀ ਜੀ, ਜਾਂ ਇਹ ਨੀਂਦ ਦੇ ਵਿੱਚ ਇਹਦਾ ਫਿਰ ਇਹ ਜੇ ਇਹਨੂੰ ਨੀਂਦ ਨਹੀਂ ਆਉਂਦੀ ਜਾਂ ਕੋਈ ਚਿੰਤਾ 'ਚ ਆ, ਜੇ ਉਹ ਉਦੋਂ ਪੀ ਲੈਂਦਾ ਤੇ ਇਹ ਪੋਜ਼ਿਟਿਵ ਅਸਰ ਨਹੀਂ ਕਰਦੀ? ਦੇਖੋ ਲੋਕੀ ਜਿਹੜੀ ਨਾ ਅੰਡਰਲਾਈਨ ਕਾਜ਼ ਆ ਉਹਨੂੰ ਐਡਰੈਸ ਨਹੀਂ ਕਰ ਰਹੇ। ਹੋ ਸਕਦਾ ਐਂਗਜ਼ਾਈਟੀ ਆ, ਡਿਪਰੈਸ਼ਨ ਆ, ਉਹਦੇ ਰਿਲੇਸ਼ਨਸ਼ਿਪ 'ਚ ਪ੍ਰੋਬਲਮ ਆ, ਉਹਦੇ ਕੰਮ 'ਚ ਕੋਈ ਤਣਾਅ ਹੈਗਾ, ਉਹ ਸਾਰੀ ਚੀਜ਼ਾਂ ਐਡਰੈਸ ਕਰ ਸਕਦੇ ਆਪਾਂ, ਕਾਉਂਸਲਿੰਗ ਦੇ ਨਾਲ ਕਰ ਸਕਦੇ ਹਾਂ, ਮੈਡੀਕੇਸ਼ਨ ਦੇ ਨਾਲ ਕਰ ਸਕਦੇ ਹਾਂ, ਹੋਰ ਚੀਜ਼ਾਂ ਬਹੁਤ ਹੈਗੀਆਂ, ਔਰ ਉਹ ਪਰਮਨੈਂਟ ਇਲਾਜ ਨੇ। ਇਹ ਜਿਹੜਾ ਹੈਗਾ, ਲੋਕੀ ਆਪਣੇ ਆਪ ਨੂੰ ਅਬਿਊਜ਼ ਕਰਨ ਲੱਗ ਪੈਂਦੇ ਆ ਵੀ ਠੀਕ ਆ ਅਸੀਂ ਨਹੀਂ ਜਾਣਾ, ਔਰ ਖਾਸ ਕਰਕੇ ਬੰਦੇ ਉਹ ਡਾਕਟਰ ਕੋਲ ਜਾਣਾ ਹੀ ਨਹੀਂ ਮੰਗਦੇ, ਉਹ ਕਹਿੰਦੇ ਯਾਰ ਠੀਕ ਹੈ ਕੋਈ ਨਹੀਂ ਆਪਾਂ ਲਾ ਕੇ ਦੇਖ ਲੈਂਦੇ ਆ। ਪ੍ਰੋਬਲਮ ਇਹ ਵੱਡੀ ਆ ਵੀ ਇਹ ਟੈਂਪਰਰੀ ਚੀਜ਼ਾਂ ਹੈਗੀਆਂ, ਤੁਹਾਨੂੰ ਮੇ ਵੀ ਥੋੜੇ ਘੰਟੇ ਨੀਂਦ ਆਊਗੀ, ਲੇਕਿਨ ਉਹ ਨੀਂਦ ਚੈਨ ਵਾਲੀ ਨਹੀਂ ਹੋਊਗੀ। ਹੁਣ ਮੈਂ ਨਾ ਕੁਝ ਮਿੰਟ ਥੋੜੇ ਤੁਹਾਡੇ ਲੈਣੇ ਆ, ਪਤਾ ਨਹੀਂ ਕਿੰਨਾ ਟਾਈਮ ਹੈਗਾ ਪ੍ਰੋਗਰਾਮ ਦਾ ਤੁਹਾਡਾ, ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਨੀਂਦ ਦੇ ਉੱਤੇ ਸਟੱਡੀ ਹੋਈ ਆ, ਘੱਟ ਤੋਂ ਘੱਟ ਤੁਹਾਨੂੰ 7 ਤੋਂ 9 ਘੰਟੇ ਨੀਂਦ ਚਾਹੀਦੀ ਆ। ਅਗਰ ਨੀਂਦ ਤੁਹਾਡੀ ਨੈਚੁਰਲ ਨਹੀਂ ਆ, ਇਹ ਅਨਨੈਚੁਰਲ ਆ, ਭਾਵੇਂ ਤੁਸੀਂ ਅਲਕੋਹਲ ਲੈ ਲਓ, ਸਲੀਪਿੰਗ ਪਿਲ ਲੈ ਲਓ, ਡਰੱਗਸ ਲੈ ਲਓ, ਅਗਰ ਨੈਚੁਰਲ ਨਹੀਂ ਆ ਤੇ ਉਹ ਰੈਮ ਤੇ ਨਾਨ ਰੈਮ ਸਾਈਕਲ ਪੂਰੇ ਨਹੀਂ ਹੁੰਦੇ। ਰੈਮ ਦਾ ਅਰਥ ਹੁੰਦਾ ਰੈਪਿਡ ਆਈ ਮੂਵਮੈਂਟ, ਤੇ ਨਾਨ ਰੈਮ ਦਾ ਅਰਥ ਹੁੰਦਾ ਨਾਨ ਰੈਪਿਡ ਆਈ ਮੂਵਮੈਂਟ। ਸੋ ਰੈਮ ਸਲੀਪ ਦੇ ਵਿੱਚ 40 ਮਿੰਟ ਦਾ ਉਹ ਸਪਿੰਡਲ ਹੁੰਦਾ ਵੀ ਉਹਦੇ ਵਿੱਚ ਸਾਡੇ ਮਨ ਦੀ ਐਕਟੀਵਿਟੀ 9 ਟਾਈਮ ਜ਼ਿਆਦਾ ਐਂਪਲੀਫਾਈ ਹੁੰਦੀ ਆ। ਇਹ 'ਚ ਸਾਨੂੰ ਸੁਪਨੇ ਵੀ ਆਉਂਦੇ, ਖੁਆਬ ਵੀ ਹੁੰਦੇ ਆ। ਕਈ ਵਾਰ ਤੁਸੀਂ ਦੇਖਿਆ ਹੋਣਾ ਕਿਸੇ ਦੇ ਪੈਰ ਦੀ ਉਂਗਲਾਂ ਵੀ ਜਿਹੜੀਆਂ ਹੈਗੀਆਂ ਉਹ ਮੂਵ ਹੁੰਦੀਆਂ, ਹੱਥ ਵੀ ਮੜੇ ਜਿਹੇ ਮੂਵ ਹੁੰਦੇ ਆ, ਬੰਦੇ ਮਤਲਬ ਇਨਸਾਨ ਟੌਸ ਅਰਾਊਂਡ ਵੀ ਹੁੰਦਾ। ਉਹਦੇ ਬਾਅਦ ਫਿਰ ਜਿਹੜਾ 40 ਮਿੰਟ ਦਾ ਫੇਜ਼ ਆ ਉਹ ਨਾਨ ਰੈਮ, ਐਂਡ ਬਿਲਕੁਲ ਜਿੱਦਾਂ ਲਾਸ਼ ਪਈ ਆ, ਖਾਲੀ ਸਾਹ ਚੱਲ ਰਿਹਾ, ਕੁਝ ਉਹਨੂੰ ਹੈ ਹੀ ਨਹੀਂ। ਸੋ ਇਹ ਜਿਹੜੇ ਹੈਗੇ 4 ਤੋਂ 6 ਸਪਿੰਡਲ ਚੱਲਦੇ ਆ, ਔਰ ਇਹ ਜ਼ਰੂਰੀ ਆ। ਕਿਉਂ? ਕਿਉਂਕਿ ਇਸ ਦੌਰਾਨ
ਸਾਡਾ ਇਮਿਊਨ ਸਿਸਟਮ ਐਕਟੀਵੇਟ ਹੁੰਦਾ, ਸਾਡੇ ਬੋਡੀ ਦੇ ਵਿੱਚ ਨੈਚੁਰਲ ਕਿਲਰ ਸੈਲਸ ਜਿਹੜੇ ਹੈਗੇ ਆ ਉਹ ਆਉਂਦੇ ਆ ਤੇ ਉਹ ਵੇਅਰ ਐਂਡ ਟੇਅਰ ਰਿਪੇਅਰ ਕਰਦੇ। ਜਿੱਦਾਂ ਸਮਝੋ ਹੁਣ ਤੁਸੀਂ ਸੌਂ ਗਏ ਔਰ ਤੁਹਾਡੇ ਮੁਹੱਲੇ ਦੇ ਵਿੱਚ ਚੋਰ ਜਿਹੜੇ ਹੈਗੇ ਆ ਉਹ ਆ ਰਹੇ ਆ, ਲੇਕਿਨ ਅਗਰ ਤੁਹਾਡੇ ਕੋਲ ਸੀਕ੍ਰੇਟ ਸਰਵਿਸ ਏਜੰਟਸ ਹੈਗੇ ਆ ਜੇਮਸ ਬੌਂਡ ਵਰਗੇ 007, ਤੇ ਚੋਰਾਂ ਨੂੰ ਫੜ ਸਕਦੇ ਆ। ਭਾਵੇਂ ਉਹ 2 ਹੀ ਏਜੰਟ ਹੋਣ, ਕਾਫੀ ਚੋਰਾਂ ਨੂੰ ਉਹ ਤਲਾਸ਼ ਕਰ ਸਕਦੇ ਕਿਉਂਕਿ ਉਹਨਾਂ ਨੂੰ ਪਤਾ। ਸੋ ਉਹਨੂੰ ਕਹਿੰਦੇ ਆ ਨੈਚੁਰਲ ਕਿਲਰ ਸੈਲ। ਹੁਣ ਮੈਂ ਤੁਹਾਨੂੰ ਦੱਸੂਗਾ, ਅਗਰ ਤੁਹਾਡੀ ਨੀਂਦ 7 ਘੰਟੇ ਦੀ ਜਗ੍ਹਾ 5 ਘੰਟੇ ਹੋ ਜਾਏ, 70% ਉਹ ਡ੍ਰੌਪ ਹੋ ਜਾਂਦੇ 24 ਘੰਟੇ 'ਚ। ਇੱਕ ਦਿਨ ਨੀਂਦ ਤੁਹਾਡੀ ਖਰਾਬ ਹੋਈ, 24 ਘੰਟੇ ਦੇ ਜਿੱਥੇ 70% ਨੈਚੁਰਲ ਕਿਲਰ ਸੈੱਲ ਬਣਨੇ ਸੀ, 100% ਬਣੇ ਸੀ, ਉੱਥੇ 30% ਬਣ ਰਹੇ, 70% ਤੁਸੀਂ ਲੂਜ਼ ਕਰ ਗਏ। ਦੂਜੀ ਗੱਲ ਦੇਖੋ, ਅਸੀਂ ਨਾਰਥ ਅਮਰੀਕਾ 'ਚ ਬਹੁਤ ਵੱਡਾ ਐਕਸਪੈਰੀਮੈਂਟ ਕਰਦੇ ਹਾਂ ਔਰ ਸੰਸਾਰ ਭਰ 'ਚ 2 ਬਿਲੀਅਨ ਤੋਂ ਜ਼ਿਆਦਾ ਲੋਕੀ ਇਹਨੂੰ ਫੋਲੋ ਕਰਦੇ ਆ। ਉਹ ਕਹਿੰਦੇ ਡੇ ਲਾਈਟ ਸੇਵਿੰਗ ਟਾਈਮ। ਜਦੋਂ ਹੁਣ ਆ ਪਿਛਲੇ ਮਾਰਚ 'ਚ ਹੀ ਅਸੀਂ 1 ਘੰਟਾ ਪਿੱਛੇ ਨੂੰ ਲੈ ਗਏ ਵੀ ਅਸੀਂ ਡੇ ਲਾਈਟ ਸੇਵਿੰਗ ਕਰਨੀ ਆ, ਉਦੋਂ ਅਸੀਂ 1 ਘੰਟਾ ਲੂਜ਼ ਕੀਤਾ। ਅਗਲੇ ਦਿਨ 24% ਹਾਰਟ ਅਟੈਕ ਦੀ ਦਰ ਵੱਧ ਗਈ, 12 ਤੋਂ 15% ਮੋਟਰ ਵਹੀਕੂਲਰ ਦੀ ਦਰ ਵੱਧ ਗਈ ਤੇ 10% ਸੁਸਾਈਡ ਦੀ ਦਰ ਵੱਧ ਗਈ। ਜਦੋਂ ਆਟਮ ਹੋਣਾ, ਪਤਝੜ ਹੋਣਾ, 1 ਘੰਟਾ ਬੋਨਸ ਸਲੀਪ ਮਿਲਿਆ, 21% ਹਾਰਟ ਅਟੈਕ ਅਗਲੇ ਦਿਨ ਘਟ ਗਏ, ਐਕਸੀਡੈਂਟ ਘਟ ਗਏ, ਸੁਸਾਈਡ ਰੇਟ ਘਟ ਗਈ। ਸਿਰਫ 1 ਘੰਟੇ ਦਾ ਖੇਰ ਬਦੇਰ ਦੇਖੋ। ਦੂਜੀ ਗੱਲ, ਸਾਡੀ ਬਾਡੀ ਦੀ ਬਣਤਰ ਜਿਹੜੀ ਹੈਗੀ ਆ ਉਹ ਡੀਐਨਏ ਕ੍ਰੋਮੋਸੋਮਸ 46 ਕ੍ਰੋਮੋਸੋਮ ਆ ਤੇ 10,000 ਸਾਡੇ ਕੋਲ ਜੀਨ ਮਿਲਦਾ ਬਾਪ ਤੋਂ, 10,000 ਮਿਲਦਾ ਮਾਂ ਤੋਂ। 711 ਜੀਨਸ ਜਿਹੜੀਆਂ ਹੈਗੀਆਂ, ਮੈਡੀਕਲ ਰਿਸਰਚ ਦੱਸ ਰਿਹਾ ਮੈਂ ਤੁਹਾਨੂੰ, ਹੁਣੇ ਆਈ ਜਿਹੜੀ 711 ਜੀਨਸ ਆ, ਉਹ ਆਪਣਾ ਕੰਮ ਕਰਨੀਆਂ ਜਾਂ ਵਧਾ ਦਿੰਦੀਆਂ ਜਾਂ ਇਹਦੇ ਵਿੱਚ 711 ਜੀਨਸ ਦੇ ਵਿੱਚੋਂ ਅਗਰ ਤੁਸੀਂ ਦੇਖੋ ਤਾਂ 50% ਉਹ ਜੀਨਸ ਨੇ ਜਿਹੜੀਆਂ ਐਕਟੀਵੇਟ ਜ਼ਿਆਦਾ ਹੋ ਜਾਂਦੀਆਂ, ਜਿੱਦਾਂ ਤੁਹਾਡਾ ਇਨਫਲੇਮੇਸ਼ਨ, ਕੈਂਸਰ, ਜਿਹਦੇ ਖਾਸ ਕਰਕੇ ਛਾਤੀ ਦਾ ਕੈਂਸਰ, ਪ੍ਰੋਸਟੇਟ ਮੀਨਸ ਗਦੂਦ ਦਾ, ਤੇ ਬਾਵਲ ਮੀਨਸ ਆਂਤੜੀਆਂ ਦਾ, ਉਹ ਜੀਨਸ ਐਕਟੀਵੇਟ ਹੋ ਜਾਂਦੀਆਂ। ਔਰ ਗਠੀਆ, ਆਰਥਰਾਈਟਿਸ, ਆਟੋਇਮਿਊਨ ਡਿਜ਼ੀਜ਼, ਉਹ ਜੀਨਸ ਐਕਟੀਵੇਟ ਹੋ ਜਾਂਦੀਆਂ। ਔਰ ਜਿਹੜੀਆਂ 50% 711 ਦੇ ਵਿੱਚੋਂ ਜੀਨ ਸੀ ਉਹ ਥੱਲੇ ਨੂੰ ਚਲੇ ਜਾਂਦੀਆਂ, ਉਹ ਐਕਚੁਅਲੀ ਤੁਹਾਡੇ ਇਮਿਊਨ ਸਿਸਟਮ ਨੂੰ ਪ੍ਰੋਟੈਕਸ਼ਨ ਵਾਸਤੇ ਸੀ। ਸੋ ਬਿਲਕੁਲ ਇਹ ਸਟੱਡੀਜ਼ ਜ਼ਾਹਿਰ ਹੋਈਆਂ ਵੀ 1 ਹਫ਼ਤਾ ਅਗਰ ਇਨਸਾਨ 7 ਘੰਟੇ ਦੀ ਜਗ੍ਹਾ 4 ਘੰਟੇ ਉਹਨੂੰ ਨੀਂਦ ਦਈਏ ਤੇ ਚੇਂਜਸ ਅਸੀਂ ਦੇਖਦੇ ਹਾਂ ਡੀਐਨਏ ਸਟਰਕਚਰ, ਜੀਨਸ ਦੇ ਸਟਰਕਚਰ 'ਚ। ਦੂਜਾ ਤੁਹਾਡੇ ਹਾਰਮੋਨਸ ਆ ਉਹ ਆਊਟ ਆਫ ਕੰਟਰੋਲ ਹੋ ਜਾਂਦੇ ਆ, ਜਿਹੜਾ ਬ੍ਰੇਨ ਆ ਉਹਦੇ ਉੱਤੇ ਅਸਰ ਪੈਂਦਾ, ਮੈਮਰੀ 'ਚ ਅਸਰ ਪੈਂਦਾ, ਈਵਨ ਲੈਕ ਆਫ ਸਲੀਪ, ਅਲਜ਼ਾਈਮਰਸ, ਡਿਮੈਂਸ਼ੀਆ ਟ੍ਰਿਗਰ ਕਰਦੀ ਆ। ਸੋ ਨੀਂਦ ਬਹੁਤ ਜ਼ਰੂਰੀ ਆ। ਸੋ ਬੇਸਿਕਲੀ ਆਪਾਂ ਅਲਕੋਹਲ ਨੂੰ ਨਾ ਸੋਸਾਇਟੀ ਨੇ ਇੱਕ ਪੈਮਾਨਾ ਬਣਾ ਲਿੱਤਾ ਵੀ ਚਲੋ ਕੋਈ ਨਹੀਂ, ਸੋਸ਼ਲ ਡਰਿੰਕਿੰਗ ਕਰ ਲਓ, ਦੇਖੀ ਜਾਊਗੀ, ਫਰੈਂਡ ਵੀ ਕਰਦੇ ਆ, ਦੋਸਤ ਵੀ ਕਰਦੇ ਆ, ਰਿਸ਼ਤੇਦਾਰ ਵੀ ਕਰਦੇ ਆ। ਸੋ ਉਹ ਜਿਹੜੀ ਸੰਗਤ ਜਿਹੜੀ ਹੈਗੀ ਆ ਉਹ ਤੁਹਾਨੂੰ ਉਸ ਪਾਸੇ ਲੈ ਕੇ ਜਾ ਰਹੀ ਆ। ਇਹਦਾ ਕੋਈ ਫਾਇਦਾ ਨਹੀਂ, ਜੋ ਨੁਕਸਾਨ ਹੀ ਆ। ਇਹ ਪੱਲਿਓਂ ਪੈਸੇ ਦੇ ਕੇ ਬਾਡੀ ਖਰਾਬ ਕਰਨ ਵਾਲੀ ਗੱਲ ਆ। ਡਾਕਟਰ ਸਾਹਿਬ, ਜਿਹੜੀ ਨੀਂਦ ਆ ਇਹਦੇ ਵਿੱਚ 2 ਸਵਾਲ ਨੇ। ਕਈ ਲੋਕ ਜਦੋਂ ਸੌਂਦੇ ਆ ਉਹਨਾਂ ਨੂੰ ਸੁਪਨੇ ਬਹੁਤ ਆਉਂਦੇ ਆ ਰਾਤ ਨੂੰ, ਸਵੇਰੇ ਉੱਠ ਕੇ ਇੱਦਾਂ ਲੱਗਦਾ ਵੀ ਜਦੋਂ ਸਾਰੀ ਰਾਤ ਕੋਈ ਕੰਮ ਕਰਦੇ ਰਿਹਾ ਥੱਕੇ ਹੋ ਆ। ਕੀ ਕੁਝ ਲੋਕ ਕਹਿੰਦੇ ਵੀ ਜਿਹਨਾਂ ਨੂੰ ਸੁਪਨੇ ਜ਼ਿਆਦਾ ਆਉਂਦੇ ਆ ਉਹ ਕੋਈ ਮੈਂਟਲ ਪ੍ਰੋਬਲਮ ਆ, ਹੌਲੀ ਹੌਲੀ ਉਹ ਪਾਗਲ ਹੋ ਸਕਦੇ ਆ। ਇਹ ਗੱਲ ਸਹੀ ਹੈ ਵੀ ਜ਼ਿਆਦਾ ਸੁਪਨਿਆਂ ਵਾਲੀ ਨੀਂਦ ਜਿਹੜੀ ਗੂੜੀ ਨੀਂਦ ਹੁੰਦੀ ਹੈ ਜਾਂ ਜਿਹਦੇ 'ਚ ਸੁਪਨੇ ਬਿਲਕੁਲ ਨਾ ਆਉਣ? ਹੈਰਾਨੀ ਵਾਲੀ ਗੱਲ ਆ, ਸਾਨੂੰ ਸਾਰਿਆਂ ਨੂੰ ਸੁਪਨੇ ਆਉਂਦੇ, ਘੱਟ ਤੋਂ ਘੱਟ 4 ਸੁਪਨੇ ਆਉਂਦੇ ਹਰ ਰਾਤ, ਔਰ ਸਾਨੂੰ ਉਹਦਾ ਕੋਈ ਬੋਧ ਨਹੀਂ ਹੈਗਾ। ਜਦੋਂ ਅਸੀਂ ਸੌਂ ਜਾਂਦੇ ਆ ਪੂਰੇ ਦਿਨ 'ਚ ਸਾਡਾ ਜੋ ਵੀ ਵਰਤੀਵਾ ਹੈਗਾ, ਗੁੱਡ ਬੈਡ ਅਗਲੀ, ਉਹ ਪਿਕਚਰ ਪਲੇ ਹੁੰਦੀ ਹੈ, ਜਿੱਦਾਂ ਨਹੀਂ ਰੀਲ ਪਲੇ ਹੁੰਦੀ ਆ ਪ੍ਰੋਜੈਕਟਰ ਤੋਂ ਤੇ ਸ਼ੂਟ ਹੁੰਦੀ ਆ, ਉਹ ਫਿਰ ਸਾਡਾ ਬ੍ਰੇਨ ਐਨਾਲਾਈਜ਼ ਕਰਦਾ ਵੱਖ-ਵੱਖ ਤਰੀਕਿਆਂ ਦੇ ਨਾਲ। ਜਦੋਂ ਕੋਵਿਡ ਦਾ ਜਿਹਦਾ ਮਤਲਬ ਇਨੀਸ਼ੀਅਲ ਰਿਸਰਚ ਹੋਇਆ ਡ੍ਰੀਮਸ ਦੇ ਉੱਤੇ, ਸੁਪਨਿਆਂ ਦੇ ਉੱਤੇ, ਤੇ ਡਾਕਟਰ ਸੰਜੇ ਗੁਪਤਾ ਦੀ ਮੈਂ ਕੋਟੇਸ਼ਨ ਇੱਥੇ ਦੇ ਰਿਹਾ, ਉਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਚੈੱਕ ਕੀਤਾ ਤੇ ਉਹਨਾਂ ਨੂੰ ਪਤਾ ਕਿਹੜੇ ਸੁਪਨੇ ਆ ਰਹੇ ਸੀ ਵੀ ਜ਼ਬਾਨ ਦੇ ਵਿੱਚ ਕੀੜੇ ਜਿਹੜੇ ਹੈਗੇ ਆ ਉਹ ਆ ਰਹੇ ਆ ਜਾਂ ਉੱਡ ਰਹੇ ਆ, ਉਹਨਾਂ ਦੇ ਪਿੱਛੇ ਕੀੜੇ ਲੱਗ ਪਏ ਆ, ਮਤਲਬ ਖੌਫਨਾਕ ਡ੍ਰੀਮਸ। ਮਤਲਬ ਇਹ ਸੀ ਵੀ ਸਾਨੂੰ ਕੁਝ ਹੋ ਨਾ ਜਾਏ ਕੋਵਿਡ ਤੋਂ। ਜਿਹੜਾ ਡ੍ਰੀਮ ਆ ਉਹ ਤੁਸੀਂ ਡ੍ਰੀਮ ਦੇ ਵਿੱਚ ਕੁਝ ਵੀ ਕਰ ਸਕਦੇ ਹੋ, ਤੁਸੀਂ ਉੱਡ ਸਕਦੇ ਹੋ, ਤੁਸੀਂ ਸੁਪਰਮੈਨ ਬਣ ਸਕਦੇ ਹੋ, ਤੁਸੀਂ ਆਪਣਾ ਮੂੰਹ ਮੰਤਰਾ ਚੇਂਜ ਕਰ ਸਕਦੇ ਹੋ। ਸੋ ਉਹ ਤੁਹਾਡਾ ਜਿਹੜਾ ਹਿਡਨ, ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਪਲੇ ਕਰ ਰਿਹਾ ਹੁੰਦਾ। ਜਦੋਂ ਇੱਕ ਆਈਸਬਰਗ ਹੁੰਦਾ 10% ਉਹ ਪਾਣੀ ਤੋਂ ਬਾਹਰ ਆ
ਤੇ 90% ਪਾਣੀ ਦੇ ਥੱਲੇ ਹੁੰਦਾ। ਉਦਾਂ ਹੀ ਸਾਡਾ ਸਬਕੌਂਸ਼ੀਅਸ ਮਾਈਂਡ 90% ਉਹਨੂੰ ਅਚੇਤ ਮਨ ਕਹਿੰਦੇ ਆ, ਅੱਛਾ ਜੀ। ਉਹ ਸਾਡੇ ਕੈਪਚਰ 'ਚ ਨਹੀਂ ਹੁੰਦਾ। ਜਦੋਂ ਅਸੀਂ ਸੌਂਦੇ ਆ, ਸਬਕੌਂਸ਼ੀਅਸ ਮਾਈਂਡ ਆਪਣੀ ਮੈਮਰੀਜ਼, ਇਮੋਸ਼ਨਸ ਰਿਲੀਜ਼ ਕਰਦਾ। ਪੂਰੇ ਦਿਨ 'ਚ ਸਾਡੇ ਨਾਲ ਕੁਛ ਨਾ ਕੁਛ ਚੰਗਾ ਬੁਰਾ ਤੇ ਵਾਪਰਦਾ ਹੀ ਆ, ਬੱਚਿਆਂ ਦੇ ਨਾਲ, ਸਾਡੇ ਨਾਲ, ਕੰਮਾਂ ਦੇ ਨਾਲ, ਰੋਡ ਦੇ ਉੱਤੇ, ਡੀਲਿੰਗ ਦੇ ਉੱਤੇ, ਬਿਜ਼ਨਸ ਦਾ ਨਫਾ ਨੁਕਸਾਨ ਜੋ ਵੀ ਆ। ਸੋ 4 ਘੱਟ ਤੋਂ ਘੱਟ ਸੁਪਨੇ ਰੋਜ਼ ਆਉਂਦੇ ਆ। ਅਗਰ ਸੁਪਨੇ ਦੌਰਾਨ ਅਸੀਂ ਉੱਠ ਜਾਈਏ, ਉਹ ਸੁਪਨਾ ਚੇਤਾ ਰਹਿੰਦਾ। ਸੁਪਨੇ ਆਉਣਾ ਕੋਈ ਵੀ ਰੋਗ ਦੀ ਗੱਲ ਨਹੀਂ ਹੈਗੀ, ਸਾਰਿਆਂ ਨੂੰ ਹੀ ਆਉਂਦੇ ਆ। ਕਈ ਵਾਰ ਨਾ ਕਲਰਫੁਲ ਸੁਪਨੇ ਹੁੰਦੇ, ਕਈ ਵਾਰ ਬਲੈਕ ਐਂਡ ਵਾਈਟ ਸੁਪਨੇ ਹੁੰਦੇ ਆ। ਇੱਕ ਕੰਡੀਸ਼ਨ ਹੁੰਦੀ, ਉਹਨੂੰ ਕਹਿੰਦੇ ਡੇਜਾਵੂ, DEJAVU। ਡੇਜਾਵੂ ਦਾ ਅਰਥ ਇਹ ਆ ਵੀ ਮੈਂ ਹਫਤਾ 10 ਦਿਨ ਪਹਿਲੇ ਇੱਕ ਸੁਪਨਾ ਦੇਖਿਆ, ਹੁਣ ਮੈਂ ਉਹੀ ਲੋਕੇਸ਼ਨ 'ਚ ਖਲੋਤਾ ਕੋਈ ਰੀਜ਼ਨ ਕਰਕੇ, ਕੋਈ ਬਿਜ਼ਨਸ ਮੀਟਿੰਗ ਸੀ ਜਾਂ ਮੈਂ ਵੈਕੇਸ਼ਨ 'ਚ ਚਲਾ ਗਿਆ। ਉਹ ਮੈਨੂੰ ਆਉਂਦਾ ਯਾਰ ਹਫਤਾ ਪਹਿਲਾਂ ਤਾਂ ਮੈਂ ਇਹ ਪਹਾੜ ਦੇਖੇ ਸੀ, ਇਹ ਮੈਂ ਨਦੀ ਦਾ ਕਿਨਾਰਾ ਦੇਖਿਆ ਹੂ ਬਹੂ, ਉਹਨੂੰ ਡੇਜਾ ਵੂ ਕਹਿੰਦੇ ਆ। ਸੋ ਕਈ ਵਾਰ ਸੁਪਨੇ ਤੁਹਾਨੂੰ ਇਹ ਵੀ ਦੱਸ ਰਹੇ ਹੁੰਦੇ ਫਿਊਚਰ 'ਚ ਵੀ ਤੁਸੀਂ ਸ਼ਾਇਦ ਉਸ ਲੋਕੇਸ਼ਨ 'ਚ ਜਾਓਗੇ। ਸੋ ਇਹ ਬੜਾ ਕੰਪਲੈਕਸ ਹੈ, ਇਹਦੇ ਉੱਤੇ ਰਿਸਰਚ ਚੱਲ ਰਹੀ ਆ। ਦੂਜੀ ਗੱਲ ਇਹ ਸੀ ਵੀ ਨੀਂਦ ਕਈਆਂ ਨੂੰ ਠੀਕ ਨਹੀਂ ਆਉਂਦੀ, ਸਵੇਰੇ ਉੱਠਦੇ ਆ ਉਹਨਾਂ ਨੂੰ ਥਕੇਵਾਂ ਮਹਿਸੂਸ ਹੁੰਦਾ। ਉਹਦੇ 'ਚ ਜਿਹੜੇ ਰੈਮ ਔਰ ਨਾਨ ਰੈਮ ਪੈਟਰਨ ਆ ਉਹ ਆਊਟ ਆਫ ਕੰਟਰੋਲ ਹੋ ਗਏ। ਨਾ ਰੈਮ ਸਲੀਪ ਬਰੋਬਰ ਮਿਲ ਰਹੀ ਹੈ, ਨਾਨ ਰੈਮ ਸਲੀਪ ਬਰੋਬਰ ਮਿਲ ਰਹੀ ਹੈ। ਇੱਕ ਉਹਦਾ ਐਗਜ਼ਾਮਪਲ ਹੁੰਦਾ ਆਬਸਟਰਕਟਿਵ ਸਲੀਪ ਐਪਨੀਆ। ਜਦੋਂ ਨਾ ਆਪਾਂ ਕਈ ਵਾਰ ਸੌਂਦੇ ਆ, ਸਾਡੀ ਜ਼ਬਾਨ ਆ ਪਿੱਛੇ ਜਾ ਕੇ ਜਿਹੜੀ ਸਾਹ ਦੀ ਨਾਲੀ ਆ ਉਹਦੇ ਉੱਤੇ ਡਿੱਗ ਜਾਂਦੀ ਆ। ਸੋ ਉਦੋਂ ਜਦੋਂ ਸਾਹ ਨਹੀਂ ਆਉਂਦਾ, ਹੌਲੀ 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 ਅਸੀਂ ਉਦੋਂ ਚੋਕ ਹੁੰਦੇ ਆ, ਫਿਰ ਘਰਾੜੇ ਬਹੁਤ ਵੱਧਦੇ, ਫਿਰ ਏਦਾਂ ਟਮਾ ਹੁੰਦਾ ਵੀ ਬਿਲਕੁਲ ਸਾਹ ਰੁਕ ਜਾਂਦਾ। ਉਹਨੂੰ ਕਹਿੰਦੇ ਐਪਨੀਆ, APNEA। ਅਗਰ ਉਹ 20 ਸੈਕਿੰਡ ਤੋਂ ਉੱਤੇ ਹੋਏ ਤੇ ਬਹੁਤ ਡੇਂਜਰਸ ਹੈ, 20 ਸੈਕਿੰਡ ਤੋਂ ਥੱਲੇ ਹੋਏ ਤੇ ਬਾਡੀ ਨੂੰ ਕੁਝ ਨਹੀਂ ਹੁੰਦਾ। ਲੇਕਿਨ ਹਾਰਟ ਦੇ ਉੱਤੇ ਵੀ ਲੋਡ ਪੈਂਦਾ, ਬ੍ਰੇਨ ਦੇ ਉੱਤੇ ਵੀ ਲੋਡ ਪੈਂਦਾ। ਉਦੋਂ ਕਈ ਵਾਰ ਬਾਡੀ ਤੁਹਾਨੂੰ ਪਾਸਾ ਮੋੜ ਲੈਂਦੀ ਆ, ਤੁਸੀਂ ਬਰੀਥ ਕਰਨ ਲੱਗ ਪੈਂਦੇ ਹੋ। ਕਈ ਵਾਰ ਤੁਹਾਡਾ ਪਾਰਟਨਰ ਜਿਹੜਾ ਹੈਗਾ ਤੁਹਾਡੇ ਨਾਲ ਸੁੱਤਾ, ਤੁਹਾਡੇ ਹਸਬੈਂਡ ਜਾਂ ਵਾਈਫ, ਉਹ ਘਰਾੜੇ ਸੁਣ ਰਹੇ ਹੁੰਦੇ ਆ, ਕੂਣੀ ਮਾਰਦੇ ਆ ਜਾਂ ਲੱਤ ਮਾਰਦੇ, ਤੁਸੀਂ ਸਾਈਡ 'ਚ ਹੋ ਜਾਂਦੇ ਹੋ। ਸੋ ਇਹਦੀ ਚੈੱਕਅਪ ਕਰਾਉਣੀ ਚਾਹੀਦੀ ਆ। ਇਹਨੂੰ ਕਹਿੰਦੇ ਆ ਆਬਸਟਰਕਟਿਵ ਸਲੀਪ ਐਪਨੀਆ। ਤੇ ਇੱਕ ਸਲੀਪ ਟੈਸਟ ਦੇ ਨਾਲ ਹੁੰਦਾ। ਔਰ ਅੱਜ ਕੱਲ ਉਹ ਜਿਹੜਾ ਐਪ ਆ ਸਮਾਰਟਫੋਨ 'ਚ ਮਿਲ ਜਾਂਦਾ, ਔਰ ਤੁਸੀਂ ਆਪਣੇ ਬੈੱਡ ਦੇ ਨਾਲ ਰੱਖਿਆ ਹੋਏ, ਉਹ ਰਿਕਾਰਡ ਕਰਦਾ ਰਹਿੰਦਾ ਤੁਹਾਡਾ ਹਾਰਟ ਰੇਟ, ਤੁਹਾਡੀ ਬਰੀਥਿੰਗ, ਇਵਨ ਕਿੰਨਾ ਕੁ ਆਕਸੀਜਨ ਜਾ ਰਿਹਾ, ਉਹਦੇ ਨਾਲ ਪੈਟਰਨ ਮਿਲਦਾ। ਫਿਰ ਉਹ ਮਸ਼ੀਨ ਹੁੰਦੀ ਆ, ਉਹਨੂੰ ਕਹਿੰਦੇ ਆ CPAP ਮਸ਼ੀਨ। ਬਾਕੀ ਥਾਇਰੋਇਡ ਪ੍ਰੋਬਲਮ ਕਰਕੇ, ਆਇਰਨ ਦੀ ਪ੍ਰੋਬਲਮ ਕਰਕੇ, B12 ਡੈਫੀਸ਼ੀਐਂਸੀ ਕਰਕੇ, ਬਟ ਬਹੁਤਾ ਕਰਕੇ ਜਿਹੜਾ ਨੀਂਦ ਦਾ ਵਜੂਦ ਹੁੰਦਾ ਉਹ ਸਟ੍ਰੈਸ ਕਰਕੇ ਹੁੰਦਾ, ਡਿਪਰੈਸ਼ਨ ਕਰਕੇ ਹੁੰਦਾ, ਚਿੰਤਾਵਾਂ ਕਰਕੇ ਹੁੰਦਾ। ਡਾਕਟਰ ਸਾਹਿਬ ਇੱਕ ਹੋਰ ਸਵਾਲ ਇੱਥੇ ਪੈਦਾ ਹੁੰਦਾ, ਕਈ ਲੋਕ ਕਹਿੰਦੇ ਵੀ ਜਦੋਂ ਘਰਾੜੇ ਵੱਜਦੇ ਆ ਵੀ ਇਹ ਬੰਦਾ ਬਹੁਤ ਗੂੜੀ ਨੀਂਦ ਸੁੱਤਾ ਪਿਆ, ਦੇਖੋ ਕਿੱਦਾਂ ਘਰਾੜੇ ਮਾਰ ਰਿਹਾ ਸੁੱਤਾ ਪਿਆ। ਘਰਾੜੇ ਵੱਜਣ ਵਾਲੀ ਨੀਂਦ ਚੰਗੀ ਹੁੰਦੀ ਆ ਕਿ ਉਹਦੇ ਤੋਂ ਬਿਨਾਂ ਵਾਲੀ ਜੀ? ਘਰਾੜੇ ਵਾਲੀ ਨੀਂਦ ਚੰਗੀ ਨਹੀਂ ਹੁੰਦੀ, ਕਿਉਂਕਿ ਤੁਹਾਡਾ 에ਅਰਵੇ ਹੈ ਨਾ, ਦੇਖੋ ਜਦੋਂ ਬੱਚਾ ਜੰਮਦਾ ਉਹਨੂੰ ਚੇਤਾ ਨਹੀਂ ਆ ਉਹਨੇ ਮੂੰਹ ਤੋਂ ਬਰੀਥ ਕਰਨਾ, ਉਹ ਨੱਕ ਤੋਂ ਹੀ ਬਰੀਥ ਕਰੇਗਾ। ਔਰ ਜਦੋਂ ਆਪਾਂ ਸੌਂ ਜਾਂਦੇ ਆ ਦਿਨ ਦੇ ਟਾਈਮ ਦਾ, ਤਾਂ ਮੂੰਹ ਤੋਂ ਵੀ ਅਸੀਂ ਬਰੀਥ ਕਰ ਸਕਦੇ ਹਾਂ। ਸਾਡਾ ਫਿਰ ਉਹ ਪ੍ਰਿਮਿਟਿਵ ਐਸਪੈਕਟ ਚਲੇ ਜਾਂਦਾ ਵੀ ਮੋਸਟਲੀ ਅਸੀਂ ਨੱਕ ਤੋਂ ਹੀ ਬਰੀਥਿੰਗ ਲੈਣੀ ਆ। ਤੇ ਮੀਨਸ ਵੀ ਜਾਂ ਤੇ ਨੱਕ ਦੇ ਵਿੱਚ ਐਡੀਨੋਇਡਸ ਹੈਗੇ ਆ, ਸਵੈਲਿੰਗ ਹੈਗੀ ਆ, ਐਲਰਜੀ ਹੈਗੀ ਆ, ਸਾਈਨਸ ਪ੍ਰੋਬਲਮ ਹੈਗੀ ਆ, ਵੀ ਹਵਾ ਜਾਣ 'ਚ ਟਰਬਲ ਆ, ਜਾਂ ਫਿਰ ਜ਼ਬਾਨ ਜਿਹੜੀ ਹੈਗੀ ਆ ਉਹ ਫਾਲ ਬੈਕ ਹੋ ਰਹੀ ਆ 에ਅਰਵੇ ਦੇ ਉੱਤੇ, ਟਰੈਕੀਆ ਦੇ ਉੱਤੇ, ਜਿਹੜੀ ਸਾਹ ਲੈਣ ਵਾਲੀ ਨਾਲੀ ਆ। ਤੇ ਘਰਾੜੇ ਵੱਜਣਾ ਇੱਕ ਮੇਰੇ ਖਿਆਲ ਨਾਲ ਰੋਗ ਦਾ ਇੱਕ ਚਿੰਨ੍ਹ ਹੈਗਾ। ਇਹਦੀ ਇਵੈਲੂਏਸ਼ਨ ਕਰਨੀ ਚਾਹੀਦੀ ਆ, ਤੁਹਾਡਾ ਈਅਰ ਨੋਜ਼ ਥਰੋਟ ਚੈੱਕ ਕਰਨਾ ਚਾਹੀਦਾ, ਸਲੀਪ ਸਟੱਡੀ ਕਰਨੀ ਚਾਹੀਦੀ ਆ, ਤਾਂ ਕਿ ਕਾਰਨ ਦਾ ਪਤਾ ਲੱਗੇ। ਜਦੋਂ ਕਾਰਨ ਦਾ ਪਤਾ ਲੱਗਿਆ ਉਹਦਾ ਟ੍ਰੀਟਮੈਂਟ ਹੈਗਾ, ਐਕਚੁਅਲੀ ਘਰਾੜਿਆਂ ਦਾ ਟ੍ਰੀਟਮੈਂਟ ਹੈਗਾ। ਅਗਰ ਸਮਝੋ ਤੁਹਾਨੂੰ ਆਬਸਟਰਕਟਿਵ ਸਲੀਪ ਐਪਨੀਆ ਨਹੀਂ ਹੈਗਾ, ਸਲੀਪ ਟੈਸਟ 'ਚ ਤੁਹਾਡਾ ਨੱਕ ਵੀ ਠੀਕ ਆ, ਤੇ ਜਿਹੜਾ ਕਾਂ ਹੈਗਾ, ਜਿਹੜਾ ਅੰਦਰ ਯੂਵਲਾ ਕਹਿੰਦੇ ਮਿਡਲ 'ਚ, ਜਿੱਦਾਂ ਮੈਨੂੰ ਉਹਦਾ ਪੰਜਾਬੀ ਲਫ਼ਜ਼ ਨਹੀਂ ਆਉਂਦਾ, UVULA, ਯੂਵਲਾ ਕਹਿੰਦੇ ਮਿਡਲ 'ਚ, ਉਹਨੂੰ ਕਾਂ ਵੀ ਕਹਿੰਦੇ ਆ। ਉਹਦਾ ਲੇਜ਼ਰ ਵੀ ਕੀਤਾ ਜਾ ਸਕਦਾ, ਬਟ ਉਹ ਗਵਰਨਮੈਂਟ ਪੈਸੇ ਨਹੀਂ ਦਿੰਦੀ, ਉਹ ਕਾਸਮੈਟਿਕਸ 'ਚ ਆਉਂਦਾ। ENT ਸਰਜਨ ਕਈ ਵਾਰ ਕਰ ਸਕਦੇ ਆ। ਲੇਕਿਨ ਕਾਰਨ ਜ਼ਰੂਰ ਲੱਭਣਾ ਚਾਹੀਦਾ। ਬਹੁਤਾ ਕਰਕੇ ਆਬਸਟਰਕਟਿਵ ਸਲੀਪ ਐਪਨੀਆ ਹੀ ਹੁੰਦਾ ਐਡਲਟਸ 'ਚ, ਬੱਚਿਆਂ 'ਚ ਐਲਰਜੀਜ਼ ਕਰਕੇ, ਐਡੇਨੋਇਡਸ ਕਰਕੇ ਹੁੰਦਾ। ਡਾਕਟਰ ਸਾਹਿਬ ਤੁਸੀਂ ਜਿਹੜਾ ਸਾਡਾ ਆਖਰੀ ਟੌਪਿਕ ਆ ਅੱਜ ਤੁਹਾਡੇ ਕੋਲ ਜਿਹਦੇ ਬਾਰੇ ਜਾਣਕਾਰੀ ਲੈਣੀ ਹੈ, ਤੁਸੀਂ ਸਲੀਪ ਦਾ ਸੰਬੰਧ ਦੱਸਿਆ ਇਮਿਊਨਿਟੀ ਦੇ ਨਾਲ ਕਿ ਕਿਸ ਤਰ੍ਹਾਂ ਉਹ ਡਿਕਰੀਜ਼ ਹੁੰਦੀ ਹੈ। ਇਨ ਜਨਰਲ ਜੇ ਇਮਿਊਨਿਟੀ ਕਿਸੇ ਨੇ ਆਪਣੀ ਵਧਾਉਣੀ ਹੋਵੇ, ਕੁਛ ਲੋਕ ਕਹਿੰਦੇ ਆ ਵੀ ਉਹਨੂੰ ਮਿੱਟੀ ਰੇਤਾ 'ਚ ਬਾਹਰ ਪਹਾੜਾਂ 'ਚ ਜੰਗਲਾਂ 'ਚ ਫਿਰਨਾ ਚਾਹੀਦਾ, ਵਾਕ ਕਰਨੀ ਚਾਹੀਦੀ ਆ, ਜਿੰਨਾ ਉਹਦਾ ਵਾਹ ਇੱਦਾਂ ਦੀਆਂ ਚੀਜ਼ਾਂ ਨਾਲ ਪਾਊਗਾ ਉਹਦੀ ਇਮਿਊਨਿਟੀ ਸਟਰੋਂਗ ਹੋ ਜੂਗੀ। ਕੁਛ ਲੋਕ ਕਹਿੰਦੇ ਉਹਨੂੰ
ਜਿਹੜੀਆਂ ਕੁਝ ਰਸੋਈ ਦੇ ਵਿੱਚ ਚੰਗੀਆਂ ਚੀਜ਼ਾਂ ਹੁੰਦੀਆਂ, ਹਲਦੀ, ਹਰੜ, ਬਹੇੜਾ, ਅਸ਼ਵਗੰਧਾ, ਸਰਪਗੰਧਾ, ਦਾਲਚੀਨੀ, ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਇਮਿਊਨਿਟੀ ਜ਼ਿਆਦਾ ਵੱਧ ਸਕਦੀ ਹੈ। ਇਮਿਊਨਿਟੀ ਵਧਾਉਣ ਦਾ ਕੋਈ ਫਾਰਮੂਲਾ ਹੈ ਜੀ ਕਿ ਅੰਦਰੋਂ ਬੰਦਾ ਸਟਰੋਂਗ ਹੋ ਜਾਵੇ, ਕੋਈ ਬਿਮਾਰੀ ਲੱਗੇ ਹੀ ਨਾ? ਬਿਲਕੁਲ। ਇਮਿਊਨਿਟੀ ਜਿਹੜੀ ਦੇਖੋ, ਜਦੋਂ ਅਸੀਂ ਜੰਮਦੇ ਆ ਸਾਨੂੰ ਪਰਮਾਤਮਾ ਨੇ ਇਮਿਊਨ ਸਿਸਟਮ ਦਿੱਤਾ ਜਿਹੜਾ ਸਾਨੂੰ ਪੂਰੀ ਉਮਰ ਸਾਡੀ ਰੱਖਿਆ ਕਰਦਾ। ਸਾਡੀ ਇੰਟਰਨਲ ਫੌਜ ਆ, ਆਰਮੀ ਆ, ਸਾਨੂੰ ਉਹ ਪ੍ਰੋਟੈਕਟ ਕਰਦਾ। ਉਹ ਸਾਡੀ ਬੋਡੀ ਨੂੰ ਆਈਡੈਂਟੀਫਾਈ ਕਰਦਾ ਵੀ ਇਹ ਮੇਰੀ ਆ। ਤੇ ਕੋਈ ਵੀ ਉੱਪਰਲੀ ਚੀਜ਼ ਹੁੰਦੀ ਆ, ਉੱਪਰਲੀ ਚੀਜ਼ ਜਿੱਦਾਂ ਬੈਕਟੀਰੀਆ, ਵਾਇਰਸ, ਫੰਗਸ, ਕੁਝ ਵੀ ਬੋਡੀ 'ਚ ਆਇਆ ਤਾਂ ਉਹਨੂੰ ਉਹ ਹੈਂਡਲ ਕਰਨ ਦੀ ਸ਼ਮਤਾ ਬਹੁਤਾਤਰ ਰੱਖਦਾ। ਅਗਰ ਇਮਿਊਨ ਸਿਸਟਮ ਫੇਲ ਹੋਏ ਤਾਂ ਫਿਰ ਉਹ ਇਨਫੈਕਸ਼ਨ ਪਣਪਦਾ ਬੋਡੀ ਦੇ ਵਿੱਚ। ਹੁਣ ਇਹਦੇ ਵਿੱਚ ਇਹ ਲਾਈਫ ਸਟਾਈਲ ਦਾ ਇਸ਼ੂ ਆ। ਲਾਈਫ ਸਟਾਈਲ ਮੀਨਸ ਤਰਜ਼ੇ ਜ਼ਿੰਦਗੀ। ਨੰਬਰ 1 ਇਹਦੇ ਵਿੱਚ ਆਉਂਦਾ 7 ਘੰਟੇ ਤੋਂ 9 ਘੰਟੇ ਨੀਂਦ। ਜਿੱਦਾਂ ਮੈਂ ਦੱਸਿਆ, ਤੁਹਾਡੀ ਜੀਨਸ ਜਿਹੜੀਆਂ ਹੈਗੀਆਂ ਇਮਿਊਨ ਸਿਸਟਮ ਦੀਆਂ, ਉਹ ਡੋਰਮੈਂਟ ਹੋ ਜਾਂਦੀ ਅਗਰ ਨੀਂਦ ਠੀਕ ਨਹੀਂ ਆਈ। ਨੰਬਰ 2 ਹੈਗਾ ਵੀ ਜਿਹੜਾ ਨਾ ਹੈਲਦੀ weight ਚਾਹੀਦਾ। ਤੁਹਾਡਾ ਬੋਡੀ ਮਾਸ ਇੰਡੈਕਸ 25 ਤੋਂ ਥੱਲੇ ਚਾਹੀਦਾ। ਤੁਸੀਂ ਗੂਗਲ 'ਚ ਵੀ ਕੈਲਕੂਲੇਟ ਕਰ ਸਕਦੇ ਹੋ ਆਪਣਾ weight ਕਿਲੋਗ੍ਰਾਮ ਹਾਈਟ ਸੈਂਟੀਮੀਟਰ 'ਚ ਪਾ ਕੇ, BMI ਉਹ ਸ਼ੋ ਕਰੇਗਾ। ਤੀਜੀ ਗੱਲ ਹੈਗੀ ਆ ਵੀ ਐਕਸਰਸਾਈਜ਼। ਜਦੋਂ ਵੀ ਆਪਾਂ ਐਕਸਰਸਾਈਜ਼ ਕਰਦੇ ਆ, ਘੱਟ ਤੋਂ ਘੱਟ ਦੇਖੋ ਹੈਲਥ ਕੈਨੇਡਾ 30 ਮਿੰਟ ਕਹਿੰਦੀ ਹੈ, ਬਟ ਮੈਂ ਕਹੂੰਗਾ ਵੀ 1 ਘੰਟਾ ਆਪਾਂ ਨੂੰ ਕਰਨੀ ਚਾਹੀਦੀ ਆ। ਜਦੋਂ ਐਕਸਰਸਾਈਜ਼ ਕਰਦੇ ਆ ਪੂਰੀ ਬੋਡੀ ਦੇ ਵਿੱਚ ਖੂਨ ਦੀ ਗਰਦਿਸ਼ ਵੱਧਦੀ ਆ, ਸਾਡਾ ਇਮਿਊਨ ਸਿਸਟਮ ਨਵੇਂ-ਨਵੇਂ ਸੈੱਲ ਬਣਾਉਂਦਾ, ਜਿਹੜਾ ਵੇਅਰ ਐਂਡ ਟੀਅਰ ਹੈ ਉਹ ਠੀਕ ਹੁੰਦਾ। ਸੋ ਐਕਸਰਸਾਈਜ਼ ਰੋਜ਼ ਕਰਨੀ ਚਾਹੀਦੀ ਆ। ਚੌਥੀ ਗੱਲ, ਤੁਸੀਂ ਜਿਹੜੇ ਖਾਣਿਆਂ ਦੀ ਜ਼ਿਕਰ ਕੀਤੀ, ਦੇਖੋ ਕਾਫੀ ਕਲਚਰ ਹੈ ਜਿਹਦੇ ਵਿੱਚ ਤੁਸੀਂ ਜਿਹੜੀ ਚੀਜ਼ਾਂ ਮੈਂਸ਼ਨ ਕੀਤੀਆਂ, ਦੇਸੀ ਚੀਜ਼ਾਂ ਵੀ, ਹਰੜ ਜੀ ਜੀ। ਤੇ ਹੋਰ ਚੀਜ਼ਾਂ, ਉਹ ਨਹੀਂ ਯੂਜ਼ ਹੁੰਦੀਆਂ, ਲੇਕਿਨ ਉਹਨਾਂ ਦਾ ਵੀ ਇਮਿਊਨ ਸਿਸਟਮ ਤਗੜਾ। ਲੇਕਿਨ ਜਿਹੜੀ ਚੀਜ਼ ਆਪਾਂ ਨਹੀਂ ਯੂਜ਼, ਉਹ ਚੀਜ਼ਾਂ ਕਰ ਲਓ ਯੂਜ਼ ਜਿਹੜਾ ਤੁਹਾਡਾ ਕਲਚਰ ਤੁਹਾਨੂੰ ਕਹਿੰਦਾ ਕਰਨ ਨੂੰ। ਕਾਲੀਆਂ ਮਿਰਚਾਂ, ਅਦਰਕ, ਲਸਣ, ਜੋ ਵੀ ਤੁਸੀਂ ਨਾਂ ਲਿੱਤੇ, ਮੈਨੂੰ ਸਾਰਿਆਂ ਦੇ ਨਾਮ ਵੀ ਨਹੀਂ ਚੇਤੇ। ਹਾਂਜੀ। ਲੇਕਿਨ ਸ਼ੂਗਰ ਵਾਲੀ ਚੀਜ਼ਾਂ ਨਾ ਲਓ। ਜਿਹੜਾ ਸ਼ੂਗਰ ਆ ਉਹ ਇਮਿਊਨ ਸਿਸਟਮ ਨੂੰ ਖਰਾਬ ਕਰਦਾ। ਜਿਹੜਾ ਵੀ ਸ਼ੂਗਰ ਕੰਟੇਨਿੰਗ ਲਿਕੁਇਡ ਲੈ ਲਓ, ਸ਼ੂਗਰ ਕੰਟੇਨਿੰਗ ਫੂਡ ਲੈ ਲਓ, ਜਾਂ ਪ੍ਰੋਸੈਸਡ ਸ਼ੂਗਰ ਜਿਵੇਂ ਬਾਕਸਿਸ 'ਚ ਆ ਰਹੀ ਹੈ, ਫੈਕਟਰੀਆਂ 'ਚ ਬਣ ਕੇ ਚਾਕਲੇਟਸ ਆ ਰਹੀਆਂ, ਜਾਂ ਹੋਰ ਸ਼ੂਗਰ ਕੰਟੇਨਿੰਗ ਸੀਰੀਅਲਸ ਆ ਰਹੇ ਆ। ਸੋ ਸ਼ੂਗਰ ਤੁਹਾਡਾ ਇਮਿਊਨ ਸਿਸਟਮ ਨੂੰ ਥੱਲੇ ਕਰੂਗਾ। ਬਾਕਾਇਦਾ ਸਟੱਡੀਜ਼ ਹੈਗੀਆਂ ਵੀ ਸ਼ੂਗਰ ਕੰਟੇਨਿੰਗ ਡਰਿੰਕ ਤੁਹਾਡਾ ਇਮਿਊਨ ਸਿਸਟਮ ਖਰਾਬ ਕਰੂਗਾ। ਜਿਹੜਾ ਲਸਣ ਹੈਗਾ ਉਹ ਨੰਬਰ 1 'ਚ ਆਇਆ ਐਕਚੁਅਲੀ। ਇਸ ਲਈ ਤੁਸੀਂ ਦੇਖੋ ਗੋਰੇ ਵੀ ਲਸਣ ਦੇ ਕਈ ਵਾਰ ਕੈਪਸੂਲ ਲੈਂਦੇ ਆ, ਕਿਉਂਕਿ ਉਹ ਆਪਣੇ ਖਾਣੇ 'ਚ ਇੰਨਾ ਨਹੀਂ ਪਾਉਂਦੇ। ਅਸੀਂ ਥੋੜਾ ਬਹੁਤ ਪਾਉਂਦੇ ਆ, ਲੇਕਿਨ ਕਈ ਵਾਰ ਅਸੀਂ ਉਹਦੇ ਸਮੈਲ ਤੋਂ ਡਰਦੇ ਆ। ਸੋ ਲਸਣ ਨੰਬਰ 1 'ਚ ਸੀ। ਬਾਕੀ ਜਿਹੜੀਆਂ ਐਂਟੀ ਇਨਫਲੇਮੇਟਰੀ ਚੀਜ਼ਾਂ ਸੀ, ਅਦਰਕ ਆ, ਕਾਲੀਆਂ ਮਿਰਚਾਂ ਇਤਿਆਦਿ। ਔਰ ਪਾਣੀ ਜਿਹੜਾ ਹੈਗਾ, ਦੇਖੋ ਇਹਦੇ ਵਿੱਚ ਫਿਰ ਆਊਗਾ ਜਿਹੜਾ ਹੈਲਥ ਕੈਨੇਡਾ ਦਾ ਫੂਡ ਗਾਈਡ ਆ, ਉਹ ਗੋਲ ਪਲੇਟ ਆ, ਅੱਧੀ ਪਲੇਟ ਆ ਫਰੂਟ ਔਰ ਸਬਜ਼ੀਆਂ। ਜਦੋਂ ਆਪਾਂ ਫਰੂਟ 'ਚ ਦੇਖਾਂਗੇ ਉਹਦੇ ਵਿੱਚ ਵੱਖ-ਵੱਖ ਕਲਰ ਆ, ਔਰ ਉਹਦੇ ਵਿੱਚ ਰੈੱਡ ਕਲਰ ਤੋਂ ਸਾਨੂੰ B ਕੰਪਲੈਕਸ ਮਿਲੂਗਾ। ਜਿਹੜੇ ਪੀਲੇ ਔਰ ਦੂਜੇ ਸਿਟਰਸ ਹੈਗੇ ਉਹ 'ਚੋਂ ਵਿਟਾਮਿਨ C ਮਿਲੂਗਾ। ਜਿਹੜੇ ਬੀਜ਼ ਵਗੈਰਾ ਹੈਗੇ ਆ, ਦਾਣੇ ਹੈਗੇ ਆ, ਸੀਡਸ ਹੈਗੇ ਆ, ਉਸ ਤੋਂ ਸਾਨੂੰ ਮਾਈਕਰੋ ਨਿਊਟ੍ਰੀਐਂਟਸ ਮਿਲਣਗੇ, ਵਿਟਾਮਿਨ A ਮਿਲੂਗਾ। ਸੋ ਸਾਰੀਆਂ ਚੀਜ਼ਾਂ ਉਹ ਹੈਲਥ ਕੈਨੇਡਾ ਦੀ ਪਲੇਟ ਤੋਂ ਸਾਨੂੰ ਮਿਲ ਸਕਦੀਆਂ। ਚੌਥੀ ਗੱਲ ਸੀ ਵੀ ਸ਼ਰਾਬ ਨਹੀਂ ਪੀਣੀ ਤੇ ਸਿਗਰਟ ਨਹੀਂ ਪੀਣੀ। ਸਿਗਰਟ ਵੀ ਇਮਿਊਨ ਸਿਸਟਮ ਨੂੰ ਖਰਾਬ ਕਰੂਗਾ ਤੇ ਸ਼ਰਾਬ ਵੀ ਇਮਿਊਨ ਸਿਸਟਮ ਨੂੰ ਖਰਾਬ ਕਰੂਗੀ। ਪੰਜਵਾਂ ਇਹਦੇ ਵਿੱਚ ਵੱਡੀ ਗੱਲ ਇਹ ਹੈਗੀ ਆ ਵੀ ਜਿੰਨਾ ਵੀ ਤੁਸੀਂ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਆਏ ਆ ਵੀ ਜਿੰਨਾ ਵੀ ਐਕਸਪੋਜ਼ ਰਹੋਗੇ ਜਰਮਸ ਨੂੰ, ਜਿੱਦਾਂ ਘੱਟਾ, ਮਿੱਟੀ, ਤੁਹਾਡਾ ਇਮਿਊਨ ਸਿਸਟਮ ਓਨਾ ਹੀ ਚੌਕਨ ਰਹੂਗਾ। ਸੋ ਕੁਝ ਇੱਕ ਇਹ ਚੀਜ਼ਾਂ ਹੈਗੀਆਂ, ਇਹਦੀ ਕੋਈ ਦਵਾਈ ਨਹੀਂ ਹੈਗੀ ਵੀ ਆਹ ਦਵਾਈ ਦੇ ਦਿਓ ਤੁਹਾਡਾ ਇਮਿਊਨ ਸਿਸਟਮ ਬੂਸਟ ਹੋ ਜਾਊਗਾ, ਆਹ ਖਾਣਾ ਖਾ ਲਓ ਤੁਹਾਡਾ ਇਮਿਊਨ ਸਿਸਟਮ ਬੂਸਟ ਹੋ ਜਾਊਗਾ। ਨਹੀਂ, ਇਮੀਡੀਏਟਲੀ ਔਨ ਆਫ ਬਟਨ ਇਹਦਾ ਨਹੀਂ ਹੈਗਾ। ਇਹ ਤਰਜ਼ੇ ਜ਼ਿੰਦਗੀ ਔਰ ਲਾਈਫ ਸਟਾਈਲ ਦੇ ਨਾਲ ਡਿਪੈਂਡੈਂਟ ਹੈਗੀ ਆ। ਔਰ ਹਰ ਇੱਕ ਬੰਦਾ ਆਪਣਾ ਲਾਈਫ ਸਟਾਈਲ ਇੰਪਰੂਵ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਅਗਰ ਆਪਾਂ ਸਟਾਰਟ ਕਰੀਏ ਹੁਣ ਤੋਂ ਕਰੀਏ, 40 ਦਿਨ ਅਗਰ ਉਹ ਕੰਮ ਕਰੀਏ ਤਾਂ ਸੁਭਾਅ ਬਣ ਜਾਂਦਾ। ਸੋ ਮੈਂ ਫੇਰ ਕਹੂੰਗਾ ਵੀ ਆਪਾਂ WHO ਜੀ ਸਾਈਟ 'ਚ ਉਹਨਾਂ ਨੇ 7 ਜਿਹੜੀਆਂ ਚੀਜ਼ਾਂ ਮੈਂ ਲਿਸਟ ਕੀਤੀਆਂ, ਉਹਨਾਂ ਨੇ ਨੰਬਰ 1 ਤੋਂ ਸਲੀਪ, ਨੰਬਰ 2 ਐਕਸਰਸਾਈਜ਼, ਨੰਬਰ 3 ਨੋ ਸ਼ੂਗਰ ਕੰਟੇਨਿੰਗ ਡਰਿੰਕ, ਤੇ ਉਹ ਬਾਅਦ 'ਚੋਂ ਜਿਹੜੀਆਂ ਅਲਕੋਹਲ ਤੇ ਸਿਗਰਟ ਤੇ ਜਿਹੜਾ weight ਮੇਨਟੇਨ ਕਰਨਾ। ਹਾਂ, ਔਰ ਸਟ੍ਰੈਸ, ਜਿਹੜਾ ਸਟ੍ਰੈਸ ਹੈਗਾ ਉਹ ਵੀ ਇਮਿਊਨ ਸਿਸਟਮ ਨੂੰ ਖਰਾਬ ਕਰਦਾ। ਅਗਰ ਹੁਣ ਦੇਖੋ 52% ਕੈਨੇਡੀਅਨ ਐਂਗਜ਼ਾਈਟੀ ਔਰ ਡਿਪਰੈਸ਼ਨ ਦੀ ਰਿਪੋਰਟ ਕਰ ਰਹੇ ਆ ਤੇ 74% ਐਲਬਰਟਾ ਵਾਲੇ ਰਿਪੋਰਟ ਕਰ ਰਹੇ ਆ। ਹੁਣ ਅਗਰ ਇਹ ਹੈਗਾ ਤੇ ਤੁਸੀਂ ਗੱਲਬਾਤ ਕਰੋ, ਕਾਉਂਸਲਿੰਗ ਲਓ ਵਰਚੁਅਲ ਟੈਕਨੋਲੋਜੀ ਦੇ ਨਾਲ। ਤੇ ਹੁਣ ਤਾਂ ਆਪਾਂ ਕਾਉਂਸਲਰ ਕੋਲ ਫਿਜ਼ੀਕਲ ਵੀ ਜਾ ਸਕਦੇ ਆ। ਜਿਹੜਾ ਹਾਸਾ ਹੈਗਾ, ਹਿਊਮਰ ਹੈਗਾ,
ਹੱਸਣਾ ਹੈਗਾ ਉਹ ਇਮਿਊਨ ਸਿਸਟਮ ਨੂੰ ਬੂਸਟ ਕਰਦਾ, ਸਟ੍ਰੈਸ ਥੱਲੇ ਕਰੂਗਾ, ਹੱਸਣਾ ਬੂਸਟ ਕਰੂਗਾ। ਇਸ ਲਈ ਡਾਕਟਰ ਮਦਨ ਕਟਾਰੀਆ ਜੀ ਉਹਨਾਂ ਨੇ ਲਾਫਿੰਗ ਕਲੱਬ ਸ਼ੁਰੂ ਕੀਤੇ, ਉਹ ਵੀ ਮੇਰੇ ਪਿੰਡ ਤੋਂ ਬੰਬੇ ਤੋਂ ਹੀ ਐਜ਼ ਅ ਫਿਜ਼ੀਸ਼ੀਅਨ ਉੱਭਰ ਕੇ ਆਏ, ਅੱਜ ਕੱਲ੍ਹ ਅਮਰੀਕਾ ਰਹਿੰਦੇ ਆ। ਸੋ ਅਗਰ ਤੁਸੀਂ ਲਾਗੇ ਚਾਗੇ ਲਾਫਟਰ ਕਲੱਬ ਹੈਗੇ ਉਹ 'ਚ ਜੁਆਇਨ ਕਰ ਸਕਦੇ ਆ ਵਰਚੁਅਲੀ। ਤੁਸੀਂ ਦੇਖੋ ਕਪਿਲ ਸ਼ਰਮਾ ਦਾ ਸ਼ੋਅ ਕਿੰਨਾ ਮੁਕੰਮਲ ਕਿਉਂ ਹੈਗਾ ਪੂਰੇ ਵਰਲਡ 'ਚ ਜਾਂ ਹਿੰਦੁਸਤਾਨ 'ਚ, ਕਿਉਂਕਿ ਲੋਕੀ ਹੱਸਣਾ ਚਾਹੁੰਦੇ ਆ। ਅਗਰ ਤੁਸੀਂ ਹਾਸੇ ਬੀਜੋਗੇ ਤਾਂ ਉਸ ਤੋਂ ਖੁਸ਼ੀਆਂ ਉੱਗਣਗੀਆਂ, ਲੇਕਿਨ ਹੱਸਣਾ ਇੱਕ ਇਨਸਾਨੀ ਫਿਤਰਤ ਆ। ਸੋ ਹਸਤ ਖੇਲਤ ਤੇਰੇ ਦੇਹੁਰੇ ਆਇਆ, ਦੇਖੋ ਬਾਣੀ ਵੀ ਕਹਿੰਦੇ ਆ ਵੀ ਹੱਸਣਾ ਬਹੁਤ ਜ਼ਰੂਰੀ ਆ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਫੇਰ ਕੀ ਆਊਗਾ? ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਏ ਮੁਕਤ। ਹੱਸਣਾ ਬਹੁਤ ਉੱਤਮ ਹੈ, ਕਿਉਂਕਿ 84 ਲੱਖ ਜੂਨ 'ਚ ਸਿਰਫ ਇਨਸਾਨ ਹੱਸ ਸਕਦਾ, ਹੋਰ ਕੋਈ ਜੂਨ 'ਚ ਹੱਸ ਨਹੀਂ ਸਕਦੇ। ਹਾਂ, ਦੂਜੀ ਗੱਲ ਸੀ ਨੀਂਦ ਦਾ ਜਿਹੜਾ ਦੁਖਾਂਤ ਹੈ ਨਾ, ਇਹ ਸਿਰਫ ਇਨਸਾਨ ਨੂੰ ਆ, ਨਾ ਪਸ਼ੂ ਆ, ਨਾ ਮੱਛੀ ਆ, ਨਾ ਪਰਿੰਦੇ ਨੂੰ ਹੈਗਾ। ਔਰ ਅਸੀਂ ਕਿਉਂ ਇਹ ਟ੍ਰੈਪ 'ਚ ਪੈ ਗਏ? ਕਿਉਂਕਿ 100 ਸਾਲ ਪਹਿਲਾਂ ਜਦੋਂ ਲਾਈਟ ਵਾਲਾ ਬਲਬ ਬਣਿਆ, ਉਹਦੇ ਬਾਅਦ ਇੰਡਸਟਰੀਅਲ ਰੈਵੋਲੂਸ਼ਨ ਆਇਆ, ਬਿਜਲੀ ਆਈ, ਦਿਨ ਰਾਤ ਕੰਮ ਕਰਨ ਦਾ ਗੱਲ ਹੋਇਆ, ਸ਼ਿਫਟਾਂ ਹੋ ਗਈਆਂ। ਅੱਜ WHO ਨੇ, ਤੁਸੀਂ ਜਾ ਕੇ ਪੜ੍ਹ ਉਹਨਾਂ ਦੀ ਵੈਬਸਾਈਟ 'ਚ ਕਿਹਾ ਹੈ ਵੀ ਨਾਈਟ ਸ਼ਿਫਟ ਇਜ਼ ਕਾਰਸੀਨੋਜੈਨਿਕ, ਵੀ ਅਗਰ ਕੋਈ ਬੰਦਾ ਰਾਤ ਨੂੰ ਕੰਮ ਕਰਦਾ ਉਹਨੂੰ ਕੈਂਸਰ ਹੋਣ ਦੇ ਚਾਂਸਸ ਵੱਧ ਜਾਂਦੇ ਆ। ਇਸ ਲਈ ਤੁਸੀਂ ਦੇਖੋ ਹਰ ਕੰਪਨੀ ਜਿਹੜਾ ਨਾਈਟ ਸ਼ਿਫਟ ਕਰਦਾ ਉਹਨੂੰ ਥੋੜਾ ਜਿਹਾ ਅਮਾਉਂਟ ਜ਼ਿਆਦਾ ਕਰਦੀ ਆ ਵੀ ਆਪਾਂ ਜਿਹੜੇ EMPLOYER ਆ ਉਹਨੂੰ ਬਚਾ ਕੇ ਰੱਖੀਏ ਤਾਂ ਕਿ ਸਾਡੇ ਕੰਮ ਚੱਲਦੇ ਰਹਿਣ। ਪੁਰਖਾ ਤੂੰ ਆਇਆ ਕੀ ਕਰਨ ਸੀ ਤੇ ਕਿਸ ਪਾਸੇ ਨੂੰ ਤੁਰ ਪਿਆ? ਇਸ ਲਈ ਆਪਾਂ ਰੂਟੀਨ 'ਚ ਰਹੀਏ, ਨੇਚਰ 'ਚ ਰਹੀਏ, ਕੁਦਰਤ 'ਚ ਰਹੀਏ। ਔਰ ਕਈ ਲੋਕ ਮੈਨੂੰ ਪੁੱਛਦੇ ਆ ਸਾਨੂੰ ਨੀਂਦ ਨਹੀਂ ਆਉਂਦੀ ਕੀ ਕਰੀਏ? ਮੈਂ ਉਹਨਾਂ ਨੂੰ ਬਹੁਤ ਈਜ਼ੀਲੀ ਕਹਿੰਦਾ, ਦੇਖੋ ਤੁਸੀਂ ਬੈੱਡ ਦਾ ਜਿਹੜਾ ਰੂਟੀਨ ਟਾਈਮ ਆ ਉਹ ਸੇਮ ਰੱਖੋ। ਉਹ ਭਾਵੇਂ ਮੰਡੇ ਹੋਏ, ਟਿਊਜ਼ਡੇ ਹੋਏ, ਸੈਟਰਡੇ ਹੋਏ, ਸੰਡੇ, ਵੀਕਡੇ ਹੋਏ, ਵੀਕਐਂਡ, ਉਹਨੂੰ ਸੇਮ ਰੱਖੋ। ਜਦੋਂ ਬੋਡੀ ਨੂੰ ਤੁਸੀਂ 40 ਦਿਨ ਕੰਡੀਸ਼ਨ ਕਰ ਲੋਗੇ ਤੁਹਾਨੂੰ ਕਦੀ ਅਲਾਰਮ ਕਲੌਕ ਦੀ ਲੋੜ ਨਹੀਂ ਪੈਣੀ। ਦੂਜੀ ਗੱਲ, ਬੈੱਡ 'ਚ ਉਦੋਂ ਜਾਓ ਜਦੋਂ ਨੀਂਦ ਆਈ ਆ। ਹੁਣ ਸਮਝੋ ਸਾਨੂੰ ਰੋਟੀ ਖਾਣੀ ਆ, ਪਲੇਟ 'ਚ ਅਸੀਂ ਦਾਲ ਸਬਜ਼ੀ ਫੁਲਕਾ ਪਾ ਲਿਆ, ਟੇਬਲ ਤੇ ਅਸੀਂ ਉਦੋਂ ਜਾ ਕੇ ਬਹਿਣਾ ਜਦੋਂ ਸਾਨੂੰ ਭੁੱਖ ਲੱਗੀ ਆ। ਅੱਗੇ ਪਿੱਛੇ ਥੋੜੀ ਅਸੀਂ ਟੇਬਲ ਤੇ ਜਾ ਕੇ ਬੈਠੇ ਰਹਿਣਾ, ਹੁਣ ਬੈਠਾਂਗੇ 2 ਘੰਟੇ ਬਾਅਦ ਭੁੱਖ ਲੱਗੂਗੀ ਫਿਰ ਸੋਚਾਂਗੇ ਨਹੀਂ। ਤੀਜੀ ਗੱਲ, ਅਗਰ ਤੁਸੀਂ ਬੈੱਡ 'ਚ ਚਲੇ ਗਏ ਹੋ, ਹਾਂ ਪਹਿਲੀ ਗੱਲ ਰੂਮ ਟੈਂਪਰੇਚਰ 65 ਡਿਗਰੀ ਫਾਰਨਹਾਈਟ ਜਾਂ 18 ਡਿਗਰੀ ਸੈਂਟੀਗ੍ਰੇਡ ਰੱਖੀਏ। ਬਹੁਤੀ ਗਰਮੀ 'ਚ ਨੀਂਦ ਨਹੀਂ ਆਉਗੀ, ਥੋੜਾ ਕੂਲਰ ਟੈਂਪਰੇਚਰ ਚਾਹੀਦਾ, ਕਿਉਂਕਿ ਤੁਹਾਡਾ ਬੋਡੀ ਦਾ ਕੋਰ ਟੈਂਪਰੇਚਰ ਜਦੋਂ ਡ੍ਰੌਪ ਹੋਏਗਾ ਉਦੋਂ ਨੀਂਦ ਦੀ ਜਿਹੜੀ ਹੈਗੀ ਆ ਤਰੰਗਾਂ ਜਿਹੜੀਆਂ ਤੁਹਾਡੇ ਬ੍ਰੇਨ ਦੇ ਉੱਤੇ ਜ਼ਿਆਦਾ ਚੱਲਣਗੀਆਂ। ਅਗਰ ਤੁਸੀਂ ਬੈੱਡ 'ਚ ਚਲੇ ਗਏ, ਨੀਂਦ ਨਹੀਂ ਆ ਰਹੀ, 10-15 ਮਿੰਟ ਵੇਟ ਕਰੋ, ਉਹਦੇ ਬਾਅਦ ਨਿਕਲ ਜਾਓ, ਕੁਝ ਹੋਰ ਕਰੋ, ਕੋਈ ਬੁੱਕ ਪੜ੍ਹ ਲਓ, ਮਿਊਜ਼ਿਕ ਸੁਣ ਲਓ, ਕੁਝ ਲਿਖ ਲਓ, ਕੁਝ ਕ੍ਰਾਸਵਰਡ ਪੜਲ ਕਰ ਲਓ। ਔਰ ਅਗਰ ਵਾਕਈ ਤੁਹਾਨੂੰ ਸਟ੍ਰੈਸ ਹੈਗਾ ਜਾਂ ਪਰੇਸ਼ਾਨੀ ਹੈਗੀ ਆ ਜਾਂ ਕੁਝ ਹੋਰ ਤਣਾਅ ਹੈਗਾ ਤੇ ਉਹਦੇ ਲਈ ਗੱਲਬਾਤ ਕਰੋ। ਮਹਾਰਾਜ ਵੀ ਖੁਦ ਇਹ ਕਹਿੰਦੇ ਆ, ਜਦ ਤੱਕ ਦੁਨੀਆ ਨਾਨਕ ਰਹੀਏ ਕੁਝ ਸੁਣੀਏ ਕੁਝ ਕਹੀਏ। ਕਿਸੇ ਦੀ ਗੱਲ ਸੁਣ ਲਓ, ਕਿਸੇ ਨੂੰ ਗੱਲ ਦੱਸ ਲਓ, ਦਿਲਾਂ ਦੀ ਸਾਂਝ ਕਰ ਲਓ, ਦਿਲ ਨੂੰ ਫਰੋਲ ਲਓ। ਨੀਂਦ, ਜਦੋਂ ਆਪਾਂ ਨਿੱਕੇ ਸੀ ਦੇਖੋ ਸਾਨੂੰ ਕਦੀ ਟਰਬਲ ਨਹੀਂ ਸੀ ਨੀਂਦ ਦੀ, ਉਦੋਂ ਭਾਵੇਂ ਗੱਦਾ ਨਹੀਂ ਸੀ, ਸਰਾਣਾ ਨਹੀਂ ਸੀ, ਨੀਂਦ ਫੇਰ ਵੀ ਆ ਜਾਂਦੀ ਸੀ। ਸੋ ਹੁਣ ਟਰਬਲ ਇਹ ਪਈ ਆ ਵੀ ਲੋਕਾਂ ਕੋਲ $20,000 ਵਾਲੇ ਮੈਟਰਸ ਆ, ਬਹੁਤ ਆਲੀਸ਼ਾਨ ਮਕਾਨ ਹੈਗੇ ਆ। ਸਿੱਖਾਂ ਨੇ ਬਹੁਤ ਮੱਲ ਮਾਰੀਆਂ ਕੈਨੇਡਾ 'ਚ, ਹੈ ਨਾ, ਐਵਰੀ ਸੈਕਿੰਡ ਸਿੱਖ ਦਾ ਮਿਲੀਅਨਰ ਹੈਗਾ ਇੱਥੇ। ਲੇਕਿਨ ਨੀਂਦ ਬਹੁਤਿਆਂ ਦੀ ਉਖੜੀ ਹੋਈ ਆ ਕਿਉਂਕਿ ਅਸੀਂ ਬਹੁਤ ਆਲ ਜੰਜਾਲ 'ਚ ਆਪਣੇ ਆਪ ਨੂੰ ਪਰੋ ਲਿਆ ਜਿਹਦੀ ਲੋੜ ਨਹੀਂ ਸੀ। ਸੋ ਫਿਰ ਆਪਾਂ ਬੇਸਿਕ 'ਚ ਆਈਏ, ਕੁਦਰਤ ਦੇ ਨਾਲ ਜੁੜੀਏ, ਰੂਹਾਨੀਅਤ ਦੇ ਨਾਲ ਜੁੜੀਏ, ਆਪਣੀ ਰੂਹ ਦੇ ਨਾਲ ਜੁੜੀਏ, ਨੀਂਦ ਰੱਜ ਕੇ ਆਉਗੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਤੁਸੀਂ ਸਾਡੀਆਂ ਬਹੁਤ ਸਾਰੀਆਂ ਸ਼ੰਕਾਵਾਂ ਦੀ ਨਿਵਰਤੀ ਕੀਤੀ ਹੈ, ਬਹੁਤ ਸਾਰੀਆਂ ਨਵੀਆਂ ਗੱਲਾਂ ਸਾਨੂੰ ਪਤਾ ਲੱਗੀਆਂ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਜਿਹੜਾ ਹੱਸਣਾ ਹੈ, ਖੁਸ਼ ਰਹਿਣਾ, ਇਹ ਤੁਹਾਡਾ ਜਮਾਂਦਰੂ ਹੱਕ ਆ, ਕੋਈ ਤੁਹਾਡੇ ਤੋਂ ਖੋ ਨਹੀਂ ਸਕਦਾ। ਜਿੰਦਾਬਾਦ ਜੀ, ਸ਼ੁਕਰੀਆ ਡਾਕਟਰ ਸਾਹਿਬ। ਦੋਸਤੋ, ਇਸ ਨੂੰ ਡਾਕਟਰ ਪ੍ਰਗਟ ਸਿੰਘ ਪੁਰ ਜੀ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਸਾਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੋਵਿਡ-19 ਦੇ ਦੌਰਾਨ ਸਾਹਮਣੇ ਆਈਆਂ। ਸ਼ਰਾਬ ਦੀ ਵਰਤੋਂ ਵਧੀ ਆ, ਇਹਦਾ ਨੀਂਦ ਦੇ ਨਾਲ ਕੀ ਸੰਬੰਧ ਆ, ਨੀਂਦ ਦਾ ਇਮਿਊਨਿਟੀ ਦੇ ਨਾਲ ਕੀ ਸੰਬੰਧ ਆ, ਔਰ ਇਮਿਊਨਿਟੀ ਕਿੱਦਾਂ ਵਧਾਈ ਜਾ ਸਕਦੀ ਹੈ। ਔਰ ਬਹੁਤ ਹੀ ਬੇਸਿਕ ਔਰ ਬਹੁਤ ਹੀ ਕੰਮ ਦੀਆਂ ਗੱਲਾਂ, ਇੱਧਰ ਉੱਧਰੋਂ ਸੁਣੀ ਜਾਣਕਾਰੀ ਕਈ ਵਾਰੀ ਸਹੀ ਨਹੀਂ ਹੁੰਦੀ, ਔਰ ਇੱਕ ਅਥੈਂਟਿਕ ਇਨਫੋਰਮੇਸ਼ਨ ਸਾਡੇ ਕੋਲ ਜਿਹੜੀ ਡਾਕਟਰ ਸਾਹਿਬ ਹਮੇਸ਼ਾ ਹੀ ਸਾਨੂੰ ਦਿੰਦੇ ਨੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਐਡਮਿੰਟਨ ਤੋਂ ਸਰਦਾਰ ਕੁਲਮੀਤ ਸਿੰਘ ਸੰਘਾ ਵਿਸ਼ੇਸ਼ ਤੌਰ 'ਤੇ ਹਰ ਵੀਰਵਾਰ ਦੀ ਤਰ੍ਹਾਂ ਸਾਡੇ ਨਾਲ ਹਾਜ਼ਰ ਹੋਣਗੇ। ਪ੍ਰੋਗਰਾਮ ਦੇ ਆਖਰ ਦੇ ਵਿੱਚ ਡਾਕਟਰ ਪ੍ਰਗਟ ਸਿੰਘ ਪੁਰ ਜੀ ਹੁਣਾਂ ਨਾਲ ਆਪਾਂ ਗੱਲਬਾਤ ਕਰਾਂਗੇ। ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਫੇਸਬੁੱਕ ਦੇ ਥੱਲੇ ਕਮੈਂਟ ਕਰ ਸਕਦੇ ਹੋ। ਅਸੀਂ ਕੱਲ੍ਹ ਨੂੰ ਡਾਕਟਰ ਸਾਹਿਬ ਕੋਲੋਂ ਉਹ ਮਸਲਾ ਜਿਹੜਾ ਜ਼ਰੂਰ ਪੁੱਛਾਂਗੇ। ਅਲਵਿਦਾ ਦੋਸਤੋ।
ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।